ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਘੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਮੌਜੂਦ ਨੇ। ਰੋਜ਼ਾਨਾ ਦੀ ਤਰ੍ਹਾਂ ਗੱਲ ਪੰਜਾਬ ਤੇ ਪੰਜਾਬ ਦੇ ਮੁੱਦਿਆਂ ਦੀ ਹੋਵੇਗੀ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਸ਼ੁਕਰੀਆ ਜੀ, ਬਹੁਤ ਬਹੁਤ ਸੁਖਵਿੰਦਰ ਜੀ, ਧੰਨਵਾਦ। ਡਾਕਟਰ ਸਾਹਿਬ, ਪਹਿਲੀ ਗੱਲ ਕਿ ਸੰਗਰੂਰ ਦੀ ਸੀਟ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਕਾਫੀ ਚਾਰਾਜੋਈ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਜਿਹੜੀ ਅਗਵਾਈ ਕਰ ਰਹੇ ਨੇ, ਉੱਥੇ ਇੱਕ ਐਲਾਨ ਕੀਤਾ, ਏਦਾਂ ਕਹਿ ਲਓ ਕਿ ਲੋਕਾਂ ਨੂੰ ਦੱਸ ਦਿੱਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਬੀਰ ਬਾਦਲ ਹੋਰਾਂ ਦੇ ਜਿਹੜੇ ਸੁਖ ਵਿਲਾਸ ਹੋਟਲ ਹੈ ਇਧਰ ਪਹਾੜਾਂ ਦੇ ਜ਼ਮੀਨ ਦੇ ਉੱਤੇ, ਜੰਗਲਾਤ ਦੀ ਜ਼ਮੀਨ ਦੇ ਉੱਤੇ, ਉਹਦੇ ਤੇ ਕਹਿੰਦੇ ਕਾਰਵਾਈ ਹੋਣੀ ਆ। ਕੈਬਨਿਟ ਸੱਦ ਲਈ ਸੀ, ਉਦੋਂ ਮਤਾ ਪਾਸ ਕਰਤਾ ਕਿ ਹੋਟਲ ਬਣਾ ਦਿਓ। ਜਦੋਂ ਬਣ ਗਿਆ ਫਿਰ ਉਦੋਂ ਬਾਅਦ ਫਿਰ ਮਤਾ ਪਾਸ ਕਰਤਾ ਕਿ ਹੁਣ ਜੰਗਲਾਤ ਦੀ ਜ਼ਮੀਨ ਤੇ ਕੁਝ ਨਹੀਂ ਬਣ ਸਕਦਾ। ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ। ਠੀਕ ਹੈ। ਦੇਖੋ, ਗੱਲ ਇਹ ਹੈ ਸੁਖਵਿੰਦਰ ਜੀ, ਚਾਹੇ ਉਹ ਸੰਗਰੂਰ ਦੀ ਜ਼ਿਮਨੀ ਚੋਣ ਤੇ ਕਰਿਆ, ਸੰਗਰੂਰ ਦੀ ਜ਼ਿਮਨੀ ਚੋਣ 'ਚ ਜੇ ਆਪਾਂ ਦੇਖੀਏ ਸਾਰੇ ਪਾਸਿਆਂ ਨੂੰ, ਤਾਂ ਜਿਹੜੀ ਹੈ ਬੀਜੇਪੀ ਉਹ ਆਪਦਾ ਜ਼ੋਰ ਲਗਾ ਰਹੀ ਹੈ। ਪਰ ਉਹਨਾਂ ਦਾ ਕੈਂਡੀਡੇਟ ਕਿਉਂਕਿ ਕਾਂਗਰਸ 'ਚੋਂ ਆਇਆ ਹੈ, ਕਾਂਗਰਸੀ ਵੋਟ ਤਾਂ ਹੈ ਨਹੀਂ, ਬੀਜੇਪੀ ਨੂੰ ਕਿੰਨੀ ਕੁ ਮਿਲੂਗੀ ਉਹਦਾ ਆਪਾਂ ਨੂੰ ਲੱਗ ਜਾਏਗਾ। ਅਤੇ ਦੂਜਾ ਜਿਹੜਾ ਹੈ, ਇਹ ਆਪ ਵਾਲੇ ਆਪਦਾ ਜ਼ੋਰ ਲਗਾ ਰਹੇ ਨੇ, ਅਤੇ ਤੀਜਾ ਮਾਨ ਸਾਹਿਬ ਦਾ ਵੀ ਜ਼ੋਰ ਲਗਾਇਆ ਜਾ ਰਿਹਾ ਹੈ। ਮੈਂ ਜਿੰਨੇ ਕੁ ਕੁਛ ਜਿਹੜੇ ਇਹ ਪੰਜਾਬ ਦੀ ਮਿਨੋਰਟੀ ਕਮਿਊਨਿਟੀ 'ਚ ਨੇ ਉਹਨਾਂ ਨੂੰ ਪੁੱਛਿਆ, ਕਿਉਂਕਿ ਉਹ ਬੀਜੇਪੀ ਦੇ ਨੇੜੇ ਬਹੁਤੇ ਲੋਕ ਨੇ, ਉਹਨਾਂ ਦੀ ਬਹੁਤਿਆਂ ਦੀ ਅੰਡਰਸਟੈਂਡਿੰਗ ਜਿਹੜੇ ਬੀਜੇਪੀ ਦੇ ਨੇੜੇ ਨੇ ਉਹਨਾਂ ਦੀ ਵੀ ਲੋਕ ਹੁਣ ਇਹ ਫੈਸਲਾ ਕਰਦੇ ਨੇ ਵੀ ਅਸੀਂ ਕੇਂਦਰ ਵਾਲਿਆਂ ਨੂੰ ਵੋਟ ਦੇਣੀ ਹੈ ਜਾਂ ਸੂਬੇ ਵਾਲਿਆਂ ਨੂੰ ਦੇਣੀ ਹੈ। ਦੇਣੀ ਤਾਕਤ ਵਾਲਿਆਂ ਨੂੰ ਹੈ ਬਾਈ ਇਲੈਕਸ਼ਨ 'ਚ, ਦੂਜਿਆਂ ਨੂੰ ਨਹੀਂ ਦਿੰਦੇ। ਅਤੇ ਉਹਦੇ 'ਚ ਉਹਨਾਂ ਦਾ ਹਿਸਾਬ ਇਹ ਹੈ। ਮੇਰੀ ਅੰਡਰਸਟੈਂਡਿੰਗ ਹੈ ਵੀ ਇਹ ਬੀਜੇਪੀ ਅਤੇ ਮਾਨ ਸਾਹਿਬ ਅਤੇ ਆਪ ਵਾਲੇ, ਆਪ ਦੀ ਕਿਉਂਕਿ ਸਰਕਾਰ ਹੈ, MLA ਜਿੱਤੇ ਹੋਏ ਨੇ, ਹੋਰ ਹੈ, ਜਿਹੜਾ ਪ੍ਰਚਾਰ ਹੁੰਦਾ ਉਹ ਤਾਂ ਹੁੰਦਾ ਰਹਿੰਦਾ ਹੈ। ਪਰ ਇੱਕ ਤਾਂ ਇਹਨਾਂ ਨੇ ਪੋਜ਼ੀਟਿਵ ਗੱਲ ਕਰ ਲਈ, ਭਗਵੰਤ ਮਾਨ ਦੇ ਉੱਤੇ ਲੱਗਦਾ ਵੀ ਇਹ ਤਾਂ ਜਾ ਹੀ ਨਹੀਂ ਰਿਹਾ, ਲੋਕਾਂ 'ਚ ਡਰ ਗਿਆ, ਇਹ ਚਲਾ ਗਿਆ, ਜੇ ਨਾ ਜਾਂਦਾ ਤਾਂ ਨੈਗੇਟਿਵ ਰਹਿਣਾ ਹੀ ਰਹਿਣਾ ਸੀ। ਦੂਜੀ ਗੱਲ ਉਹਨੇ ਕਹਿ ਤਾ ਵੀ ਆਹ ਜਿਹੜਾ ਤੁਸੀਂ ਗੱਲ ਦੱਸੀ ਹੈ ਇਹ ਬਹੁਤ ਵੱਡੀ ਪਤੇ ਦੀ ਗੱਲ ਹੈ ਵੀ ਤੁਸੀਂ ਜਿੱਦਾਂ ਆਪਦਾ ਕੰਮ ਕਰਨਾ ਹੈ ਉਹਦੇ ਕਾਨੂੰਨ ਤੋੜ ਦਿਓ, ਕਹਿ ਦਿਓ ਇਹ ਕਾਨੂੰਨ ਦੇ ਹਿਸਾਬ ਇਹ ਹੋ ਸਕਦਾ ਹੈ। ਜਿੱਦਾਂ ਤੁਸੀਂ ਰੋਕਣਾ ਉਹਦੇ ਕਹਿ ਦਿਓ ਹੁਣ ਨਹੀਂ ਹੋ ਸਕਦਾ, ਆਪਦਾ ਕਰਨ ਤੋਂ ਬਾਅਦ ਕਹਿ ਦਿਓ ਹੁਣ ਹੋ ਨਹੀਂ ਸਕਦਾ। ਉਹਦੇ ਵਿੱਚ ਕੀ ਕਰ ਦਿੰਦੇ ਨੇ ਵੀ ਜੋ ਲੈ ਗਿਆ ਸੋ ਲੈ ਗਿਆ, ਜੋ ਰਹਿ ਗਿਆ ਸੋ ਰਹਿ ਗਿਆ ਦੀ। ਇਹ ਜਿਹੜੀ ਪੋਜੀਸ਼ਨ ਸਰਕਾਰ ਦੀ ਹੁੰਦੀ ਹੈ, ਔਰ ਇਹ ਆਪਦੀਆਂ ਸ਼ਕਤੀਆਂ ਦੀ ਦੁਰਵਰਤੋਂ ਤੋਂ ਬਿਨਾਂ ਕਦੀ ਵੀ ਨਹੀਂ ਹੋ ਸਕਦੀ। ਔਰ ਦੁਰਵਰਤੋਂ ਦਾ ਤਾਂ ਇਹ ਹਾਲ ਹੈ ਵੀ ਜਦ ਅਕਾਲੀਆਂ ਦੀ ਜਿਹੜੀ ਕੈਬਨਿਟ ਸੀ ਅਕਾਲੀ ਬੀਜੇਪੀ ਦੀ, ਉਹ ਤਾਂ ਉਹ ਕਹਿ ਦਿੰਦੇ ਸੀ ਵੀ ਚਲੋ ਜੀ ਮੁੱਖ ਮੰਤਰੀ ਸਾਹਿਬ ਨੂੰ ਦੇਤੀਆਂ ਪਾਵਰਾਂ। ਅਕਾਲੀ ਦਲ ਦੀ ਜਿਹੜੀ ਆਪਦੀ ਕਹਿ ਲਓ ਐਗਜ਼ੈਕਟਿਵ ਸੀ ਕਾਰਜਕਰਨੀ, ਉਹ ਕਹਿੰਦੀ ਜੀ ਪ੍ਰਧਾਨ ਜੀ ਨੂੰ ਪਾਵਰਾਂ ਦੇਤੀਆਂ। ਜਾਂ ਪਾਵਰਾਂ ਹੀ ਇੱਕ ਬੰਦੇ ਕੋਲ ਨੇ, ਉਹਨੇ ਆਪਦੇ ਘਰ ਦਾ ਕਰ ਲੈਣਾ, ਬਾਕੀ ਦਾ ਕਹਿ ਦੇਣਾ ਹੁਣ ਨਹੀਂ ਹੋਣਾ, ਬਾਕੀ ਮੋਹਰ ਵੀ ਸਭ ਦੀ ਲਵਾ ਲੈਣੀ ਕਿ ਜੀ ਹੋ ਜੂਗਾ। ਸੋ ਮੈਂ ਕਈ ਵਾਰੀ ਸਰਕਾਰਾਂ 'ਚ ਦੇਖਿਆ ਜਿੱਥੇ ਕੋਈ ਵੀ ਬੰਦਾ ਕੋਈ ਗੱਲ ਸਹੀ ਕਹਿਣ ਨੂੰ ਤਿਆਰ ਨਾ ਹੋਵੇ, ਰਿਸਕ ਲੈਣਾ ਪੈਂਦਾ ਹੈ, ਖਤਰਾ ਮੁੱਲ ਲੈਣਾ ਪੈਂਦਾ ਹੈ। ਕਿਉਂਕਿ ਜਦ ਤੁਸੀਂ ਵੱਡੇ ਬੰਦੇ ਜਿਹੜੇ ਤਾਕਤ 'ਚ ਹੋਣ ਉਹਨਾਂ ਨੂੰ ਨਾ ਕਰਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਉਹਦਾ ਮੁੱਲ ਵੀ ਤਾਰਨਾ ਪੈਂਦਾ ਹੈ। ਅੱਜ ਸਾਡਾ ਸਮਾਜ ਇੱਦਾਂ ਦਾ ਬਣਾਤਾ ਵੀ ਮੁੱਲ ਤਾਰਨ ਨੂੰ ਛੇਤੀ ਛੇਤੀ ਤਿਆਰ ਨਹੀਂ ਹੁੰਦੇ, ਅਤੇ ਇਸ ਕਰਕੇ ਉਹ ਜਿਹੜੀ ਨਾ ਕਰਨ ਵਾਲੀ ਪਾਵਰ ਹੈ, ਜਿਹੜਾ ਬਿਊਰੋਕਰੇਸੀ ਨੇ ਨਾ ਕਰਨੀ ਹੁੰਦੀ ਹੈ, ਕੈਬਨਿਟ ਦੇ ਵਿੱਚ ਜੇ ਪਾਸ ਕਰਿਆ ਤਾਂ ਕੈਬਨਿਟ 'ਚ ਕਿਸੇ ਨੇ ਤਾਂ ਮਤਾ ਭੇਜਿਆ ਹੋ। ਕੈਬਨਿਟ 'ਚ ਮਤਾ ਜਾਣ ਦਾ ਇੱਕ ਤਰੀਕਾ ਹੈ, ਉਹ ਤਰੀਕਾ ਇਹ ਹੈ ਜਿਵੇਂ ਜੰਗਲਾਤ ਦੀ ਜ਼ਮੀਨ ਹੈ ਤਾਂ ਜੰਗਲਾਤ ਮਹਿਕਮਾ ਪੰਜਾਬ ਸਰਕਾਰ ਦਾ ਮਤਾ ਭੇਜੇਗਾ, ਉਹ ਮਤਾ ਫਿਰ ਜਿਹੜਾ ਹੈ ਜੰਗਲਾਤ ਮਹਿਕਮੇ ਦਾ ਸੈਕਟਰੀ ਦੇਖੇਗਾ। ਉਸ ਤੋਂ ਬਾਅਦ ਉਸ ਮਤੇ ਨੂੰ ਜਿਹੜਾ ਹੈਗਾ ਕਾਨੂੰਨੀ ਮਸ਼ੀਰ ਦੇਖੇਗਾ। ਫਿਰ ਉਸ ਤੋਂ ਬਾਅਦ ਉਹ ਮੁੱਖ ਮੰਤਰੀ ਦੀ ਪ੍ਰਵਾਨਗੀ ਵਾਸਤੇ ਜਾਏਗਾ, ਉੱਥੇ ਉਹਨਾਂ ਦਾ ਪ੍ਰਿੰਸੀਪਲ ਸਕੱਤਰ ਦੇਖੇਗਾ। ਫਿਰ ਮੁੱਖ ਮੰਤਰੀ ਖੁਦ ਦੇਖਣਗੇ, ਫਿਰ ਉਹਨੂੰ ਮਨਜ਼ੂਰੀ ਦੇਣਗੇ। ਉਹ ਮਨਜ਼ੂਰੀ ਦਾ ਮਤਲਬ ਇਹ ਹੋਊਗਾ ਵੀ ਹਾਂ ਹੁਣ ਤੁਸੀਂ ਇਸ ਨੂੰ ਮੰਤਰੀ ਪੋਜੀਸ਼ਨ 'ਚ ਲੈ ਜਾਓ, ਯਾਨੀ ਕਿ ਕੈਬਨਿਟ 'ਚ ਲੈ ਜਾਓ। ਫਿਰ ਕੈਬਨਿਟ ਸਕੱਤਰ ਜਿਹੜਾ ਹੁੰਦਾ ਉਹ ਚੀਫ ਸੈਕਟਰੀ ਹੁੰਦਾ, ਫਿਰ ਉਹਨੇ ਦੇਖਣਾ ਹੁੰਦਾ ਕੈਬਨਿਟ ਲਿਜਾਣ ਤੋਂ ਪਹਿਲਾਂ। ਹੁਣ ਜੇ ਇੰਨੇ ਜਿਹੜੇ ਕਦਮ ਸੀਗੇ ਉਹ ਸਿਰਫ ਨਤਮਸਤਕ ਹੋ ਕੇ ਚਲੇ ਗਏ, ਤਾਂ ਕਿਸੇ ਨੇ ਐਮਰਜੈਂਸੀ ਵੇਲੇ ਕਿਸੇ ਬਿਊਰੋਕਰੇਟ ਨੇ ਲਿਖਿਆ ਸੀ, ਕਹਿੰਦਾ ਉਹਨਾਂ ਨੂੰ ਬਿਊਰੋਕਰੇਟ ਨੂੰ ਆਖਿਆ ਤਾਂ ਗਿਆ ਸੀ ਵੀ ਤੁਸੀਂ ਕੋਡੇ ਹੋਵੋ, ਪਰ ਉਹ ਡਮਲੇਟ ਹੋ ਗਏ, ਡੰਡੌਤ ਕਰਨ ਲੱਗ ਗਏ। ਉਹਨਾਂ ਡੰਡ ਬੈਠਕਾਂ ਕੱਢਣ ਨੂੰ ਕਿਹਾ ਸੀ, ਉਹ ਡੰਡੌਤ ਕਰਨ ਲੱਗ ਗਏ।
ਸੋ ਇਸ ਕਰਕੇ ਜਦ ਖੁਦਗਰਜ਼ੀ ਇਸ ਲੈਵਲ ਤੇ ਵਧ ਜੇ ਤੇ ਕੁਰਬਾਨੀ ਦਾ ਮਾਦਾ ਇੰਨਾ ਘਟ ਜੇ ਵੀ ਦੇਖੀ ਜੋ ਯਾਰ ਜਿਹੜਾ ਹੁੰਦਾ ਹੈ, ਜੇ ਸਜ਼ਾ ਦਿੰਦੇ ਤਾਂ ਦੇ ਰਹਿਣ, ਫਿਰ ਰਹਿ ਨਹੀਂ ਜਾਂਦਾ ਕੁਛ। ਸੋ ਇਸ ਕਰਕੇ ਇਹ ਸਾਰਾ ਕੁਛ ਸਰਕਾਰਾਂ ਨੇ ਜਿਹੜੀਆਂ ਨੇ ਪਿਛਲੇ 30 ਸਾਲ 'ਚ ਚਲਾਇਆ ਹੈ, ਖਾਸ ਕਰਕੇ ਪਿਛਲੇ ਮੈਂ ਕਹਾਂਗਾ 20 ਸਾਲ ਤਾਂ ਬਿਲਕੁਲ ਇਹਨਾਂ ਦੇ ਚਮਦੀਆਂ ਚਲਾਈਆਂ ਨੇ। ਜਿਹੜਾ ਕੁਛ ਕਹਿਤਾ ਮੁੱਖ ਮੰਤਰੀ ਦਾ ਜਿਹੜਾ ਹੁਕਮ ਹੁੰਦਾ ਹੈ ਉਸੇ ਨੂੰ ਹੀ ਕਾਨੂੰਨ ਮੰਨਿਆ ਜਾਂਦਾ ਰਿਹਾ ਹੈ, ਔਰ ਹੁਣ ਤਾਂ ਪ੍ਰਧਾਨ ਮੰਤਰੀ ਦਾ ਹੁਕਮ ਵੀ ਕਾਨੂੰਨੀ ਮੰਨਿਆ ਜਾ ਰਿਹਾ ਹੈ। ਸੋ ਮੈਨੂੰ ਐਂ ਲੱਗਦਾ ਇਹਦੇ ਨਾਲ ਜਮਹੂਰੀਅਤ ਨਹੀਂ ਚੱਲਦੀ, ਇਹਦੇ ਨਾਲ ਦੇਸ਼ ਨਹੀਂ ਬਚਦੇ, ਇਹਦੇ ਨਾਲ ਸੂਬੇ ਨਹੀਂ ਬਚਦੇ, ਇਹਦੇ ਨਾਲ ਤੁਹਾਡਾ ਪਰਿਆਵਰਨ ਨਹੀਂ ਬਚਦਾ, ਇਹਦੇ ਨਾਲ ਤੁਹਾਡੇ ਅਸਾਸੇ ਨਹੀਂ ਬਚਦੇ, ਇਹਦੇ ਨਾਲ ਤੁਹਾਡਾ ਨਿਯਮ ਕਾਨੂੰਨ ਨਹੀਂ ਬਚਦਾ। ਸੋ ਇਹ ਸਾਰਾ ਕੁਛ ਇਸ ਕਰਕੇ ਹੋਇਆ ਹੈ। ਔਰ ਫਿਰ ਬੰਦ ਕਰਤਾ ਵੀ ਹੁਣ ਤੋਂ ਨਹੀਂ ਦੇਣਾ। ਜਦ ਹੁਣ ਤੋਂ ਨਹੀਂ ਦੇਣਾ ਕਹਿਤਾ, ਇਹ ਤਾਂ ਆਪਣੇ ਆਪ ਹੀ ਸਾਬਤ ਹੋ ਜਾਣਾ ਹੈ। ਭਗਵੰਤ ਮਾਨ ਨੇ ਕਹਿਣ ਦੀ ਲੋੜ ਹੀ ਨਹੀਂ ਇੰਨੀ, ਉਹਨੇ ਤਾਂ ਸਿਰਫ ਕੱਢਣਾ ਹੈ, ਕਿਉਂਕਿ ਉਹ ਮੁੱਖ ਮੰਤਰੀ ਨੇ ਕਿਹਾ। ਦੇਖ ਲਓ ਜੀ, ਪਹਿਲਾਂ ਇਹ ਹਾਂ ਕਹਿਤਾ ਵੀ ਇਹਦੇ 'ਚ ਬਣਾਇਆ ਜਾ ਸਕਦਾ, ਮੁੜ ਕੇ ਕਹਿੰਦਾ ਹੁਣ ਨਹੀਂ ਬਣਾਇਆ ਜਾ ਸਕਦਾ। ਇਹਦਾ ਮਤਲਬ ਇਹ ਇਲੀਗਲ ਪਰਮਿਸ਼ਨ ਹੈ। ਇਹ ਆਪਣੇ ਆਪ 'ਚ ਹੀ ਉਹ ਕੈਬਨਿਟ ਪੂਰੀ ਦੀ ਪੂਰੀ ਕਟਹਿਰੇ 'ਚ ਹੈ ਇਸ ਮਾਮਲੇ ਦੇ ਵਿੱਚ। ਔਰ ਜਿਹੜੇ ਮੈਂ ਅਧਿਕਾਰੀ ਗਿਣੇ ਨੇ ਜਿਨ੍ਹਾਂ ਦੇ ਰਾਹੀਂ ਇਹ ਕਾਗਜ਼ ਜਾਂਦੇ ਨੇ, ਉਹ ਵੀ ਕਟਹਿਰੇ 'ਚ ਆਉਣਗੇ ਵੀ ਤੁਸੀਂ ਬੋਲੋ ਕਿਵੇਂ ਕਹਿਤਾ, ਤੁਸੀਂ ਕਿਵੇਂ ਮਤਾ ਭੇਜਤਾ, ਤੁਸੀਂ ਆਪਦੀ ਆਬਜ਼ਰਵੇਸ਼ਨ ਦਿੱਤੀ। ਹੋ ਸਕਦਾ ਕਿਸੇ ਨੇ ਲਿਖਿਆ ਵੀ ਹੋਵੇ, ਕੋਈ ਮਾੜਾ ਮੋਟਾ ਵਿੰਗਾ ਟੇਢਾ ਕਰਕੇ ਲਿਖਤਾ ਹੋਵੇ, ਉਹ ਦਿਖਾਵੇ ਕਿ ਦੇਖੋ ਜੀ ਮੈਂ ਤਾਂ ਲਿਖਿਆ ਸੀ ਇਹ ਜੰਗਲਾਤ ਦੀ ਜ਼ਮੀਨ ਹੈ, ਜੰਗਲਾਤ ਦੇ ਨਿਯਮ ਕਾਨੂੰਨ ਦੇਖ ਲਏ ਜਾਣ। ਹੋ ਸਕਦਾ ਕਿਸੇ ਨੇ ਇਦਾਂ ਲਿਖਿਆ ਹੋਵੇ, ਉਹ ਬਚ ਜਾਏਗਾ। ਉਹ ਕੋਈ ਮੈਂ ਤਾਂ ਲਿਖਤਾ, ਹੁਣ ਮੈਂ ਕੀ ਹੋਰ ਕਰ ਸਕਦਾ ਸੀ। ਸੋ ਇਸ ਕਰਕੇ ਇਹਦੇ ਵਿੱਚ ਮੁੱਖ ਤੌਰ 'ਤੇ ਸਿਆਸੀ ਲੀਡਰ ਜਿਹੜੇ ਨੇ, ਖਾਸ ਕਰਕੇ ਕੈਬਨਿਟ ਤੇ ਮੁੱਖ ਮੰਤਰੀ ਜ਼ਿੰਮੇਵਾਰ ਨੇ, ਪਰ ਅਧਿਕਾਰੀ ਵੀ ਇਹਦੇ ਵਿੱਚੋਂ ਬਰੀ ਨਹੀਂ ਹੋ ਸਕਦੇ ਜੇ ਉਹਨਾਂ ਨੇ ਆਪਣੀ ਡਿਊਟੀ ਠੀਕ ਤਰੀਕੇ ਨਾਲ ਨਾ ਨਿਭਾਈ ਹੋਈ। ਉਹ ਸਾਹਮਣੇ ਆ ਜੂ ਕਾਗਜ਼ਾਂ 'ਚ। ਡਾਕਟਰ ਸਾਹਿਬ ਇੱਕ ਹੋਰ ਇਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਇਹ ਵੀ ਕਹਿੰਦੇ ਨੇ ਕਿ ਅਸੀਂ ਇੱਧਰ ਪੰਚਾਇਤੀ ਜ਼ਮੀਨਾਂ ਵਾਲਾ ਨਿਬੇੜ ਕੇ ਹੁਣ ਅਸੀਂ ਉਧਰ ਜਿਹੜੀਆਂ ਪਹਾੜਾਂ ਦੇ ਵਿੱਚ ਜ਼ਮੀਨਾਂ ਨੇ, ਜਿੱਥੇ ਇਹਨਾਂ ਨੇ ਵੱਡੇ ਵੱਡੇ ਫਾਰਮ ਹਾਊਸ ਬਣਾਏ ਹੋਏ ਨੇ, ਕੁਝ ਰਸੂਖਦਾਰਾਂ ਨੇ, ਸਿਆਸਤਦਾਨਾਂ ਨੇ, ਅਸੀਂ ਉਹਨਾਂ ਤੇ ਕਾਰਵਾਈ ਕਰਨੀ ਹੈ। ਉਹ ਕਹਿੰਦੇ ਕਿ ਲੋਕ ਕਹਿੰਦੇ ਕਿ ਗਰੰਟੀਆਂ ਕਿਉਂ ਨਹੀਂ ਪੂਰੀਆਂ ਕਰਦੇ, ਕਹਿੰਦੇ ਪਹਿਲਾਂ ਪੈਸਾ ਪੂਰਾ ਕਰ ਲਈਏ, ਉਹਦੇ ਨਾਲ ਸਾਡਾ ਖਜ਼ਾਨਾ ਭਰ ਜਾਣਾ। ਇਹ ਕਿੱਥੋਂ ਤੱਕ ਵਾਜਬ ਹੈ? ਕਿਤੇ ਸ਼ਗੂਫਾ ਤਾਂ ਨਹੀਂ ਕਿ ਤੁਸੀਂ ਜ਼ਮੀਨਾਂ ਛਡਾ ਕੇ ਖਜ਼ਾਨਾ ਕਿਹੜੇ ਢੰਗ ਨਾਲ ਭਰੋਗੇ? ਦੇਖੋ ਸੁਖਿੰਦਰ ਜੀ, ਨਾ ਇਹ ਹਮੇਸ਼ਾ ਹੀ ਮਤਭੇਦ ਰਹਿਣਗੇ। ਜਿਹੜੇ ਕਹਿੰਦੇ ਨੇ ਵੀ ਤੁਸੀਂ ਗਰੰਟੀਆਂ ਦਿੱਤੀਆਂ ਨੇ, ਗਰੰਟੀਆਂ 'ਚ ਇਹ ਵੀ ਤਾਂ ਹੈਗਾ ਸੀ ਵੀ ਅਸੀਂ ਭ੍ਰਿਸ਼ਟਾਚਾਰ ਖਤਮ ਕਰਾਂਗੇ। ਹੁਣ ਜੇ ਉਹ ਜ਼ਮੀਨਾਂ ਦਾ, ਮਾਫੀਏ ਦਾ, ਆ ਸ਼ਰਾਬ ਦਾ, ਜੇ ਇਹਦੇ 'ਚੋਂ ਨਹੀਂ ਆਮਦਨ ਆਊਗੀ ਫਿਰ ਪੈਸਾ ਆਊ ਕਿੱਥੋਂ? ਜਿਹੜੇ ਕਹਿੰਦੇ ਨੇ ਸਾਡੀਆਂ ਗਰੰਟੀਆਂ ਪੂਰੀਆਂ ਕਰੋ, ਉਹ ਪੈਸਾ ਕਿੱਥੋਂ ਆਊਗਾ? ਫਿਰ ਠੀਕ ਹੈ, ਗਰੰਟੀਆਂ ਦਿੰਦੀਆਂ ਨੇ ਸਰਕਾਰਾਂ, ਪਹਿਲੀਆਂ ਸਰਕਾਰਾਂ ਨੇ ਦਿੱਤੀਆਂ ਸੀ, ਉਹਦੇ ਕੋਈ ਨਹੀਂ ਬੋਲਿਆ ਵੀ 56 ਲੱਖ ਕਿਹਾ ਸੀ ਰੁਜ਼ਗਾਰ ਦੇਣ ਨੂੰ। ਹਾਲਾਂਕਿ ਇਹ ਆਪ ਵਾਲੇ ਅਕਾਲੀ ਬੀਜੇਪੀ ਤਾਂ ਇਹ ਕਹਿੰਦੇ ਰਹੇ ਵੀ ਇਹਨਾਂ ਨੇ ਘਰ ਘਰ ਨੌਕਰੀ ਕਹੀ ਸੀ, ਉਹਨਾਂ ਨੇ ਨੌਕਰੀ ਨਹੀਂ ਕਹੀ ਸੀ, ਰੁਜ਼ਗਾਰ ਕਿਹਾ ਸੀ ਕਾਂਗਰਸ ਨੇ। ਇਹ ਗਲਤ ਇੰਟਰਪ੍ਰੇਟ ਕਰਦੇ ਰਹੇ ਜਾਣ ਬੁੱਝ ਕੇ, ਇਹਨਾਂ ਨੂੰ ਵੀ ਪਤਾ ਸੀ। ਫਿਰ ਉਹਦੇ 'ਚ ਮੈਂ ਕਈ ਵਾਰ ਸਵਾਲ ਵੀ ਖੜਾ ਕਰਿਆ ਸੀ ਵੀ ਅਕਾਲੀਆਂ ਬੀਜੇਪੀ ਨੇ ਕਿਹਾ ਸੀ ਅਸੀਂ 25 ਲੱਖ ਨੂੰ ਰੁਜ਼ਗਾਰ ਦਿਆਂਗੇ, ਤੇ ਜਿਹੜੀ ਆਪ ਸੀ ਉਹਨੇ ਕਿਹਾ ਸੀ ਅਸੀਂ 20 ਲੱਖ ਨੂੰ ਦਿਆਂਗੇ। ਇਹਨਾਂ ਨੇ ਕੋਈ ਉੱਥੇ ਆਪਣਾ ਖਾਕਾ ਪੇਸ਼ ਕਰਿਆ ਵੀ 25 ਲੱਖ ਨੂੰ ਤਾਂ ਅਸੀਂ ਐਂ ਦੇ ਦੇਣਾ ਸੀ? ਅਕਾਲੀ ਬੀਜੇਪੀ ਨੇ ਪੇਸ਼ ਕਰਿਆ। ਆਪ ਵਾਲੇ LOP ਸੀਗੇ, ਇਹਨਾਂ ਨੇ ਪੇਸ਼ ਕਰਿਆ ਵੀ 20 ਲੱਖ ਨੂੰ ਤਾਂ ਅਸੀਂ ਐਂ ਰੁਜ਼ਗਾਰ ਦੇ ਦੇਣਾ ਸੀ, ਤੁਸੀਂ ਇਹ ਵੀ ਨਹੀਂ ਦਿੱਤਾ। ਸੋ ਇਹ ਕਹਿਣ ਦੀਆਂ ਗੱਲਾਂ ਨੇ, ਇੱਦਾਂ ਹੀ ਹੋਣਾ। ਹੁਣ ਜਿਹੜਾ ਕੁਛ ਉਹ ਕਰ ਰਹੇ ਨੇ, ਉਹ ਕਹਿੰਦੇ ਵੀ ਜਿਹੜੀ ਕਾਜੀ ਨੇ ਕਰਤੀ ਉਹ ਪੰਡਤ ਨੇ ਨਹੀਂ ਕਰਤੀ, ਉਲਟ ਪਾਸੇ ਜਾਣਾ ਹੀ ਜਾਣਾ। ਸੋ ਇਹ ਜਿਹੜਾ ਅੱਜ ਸਾਡੀ ਸਿਆਸਤ ਦਾ ਹੋ ਗਿਆ, ਠੀਕ ਹੈ, ਕ੍ਰਿਟੀਸਾਈਜ਼ ਕਰੋ, ਉਹਨਾਂ ਬਹੁਤ ਗਲਤੀਆਂ ਹੋ ਰਹੀਆਂ ਨੇ, ਉਹਨਾਂ ਗਲਤੀਆਂ ਨੂੰ ਕ੍ਰਿਟੀਸਾਈਜ਼ ਕਰੋ, ਪਰ ਉਹਨਾਂ ਦੇ ਹਰੇਕ ਗੱਲ ਜਿਹੜੀ ਵੀ ਆ ਗਈ, ਜੇ ਸਕੂਲਾਂ ਦੀ ਗੱਲ ਆ ਗਈ ਵੀ ਸਾਡੇ ਫਸਟ ਆਏ ਨੇ ਤਾਂ ਤੁਸੀਂ ਕਹੋ ਵੀ ਇਹ ਤਾਂ ਜੀ ਜਾਂ ਤਾਂ ਸਾਡਾ ਕਰਿਆ ਹੋਇਆ ਸੀ ਜਾਂ ਤੁਹਾਡਾ ਕੁਝ ਵੀ ਨਹੀਂ, ਤੁਸੀਂ ਦਿੱਲੀ ਦਾ ਫਲਾਣਾ ਨਾ ਕਰੋ। ਜੇ ਇਹ ਪੰਚਾਇਤੀ ਜਿਵੇਂ ਕਹਿੰਦੇ ਇਹ ਸ਼ਗੂਫ ਹੈ ਇਹ ਤਾਂ ਹੋਣੀਆਂ ਨਹੀਂ ਜੀ, ਉਹਦੇ ਤੇ ਰੌਲੇ। ਕਿਉਂਕਿ ਮੈਂ ਇਹੋ ਜਿਹੀਆਂ ਹਾਲਤਾਂ ਦੇ ਵਿੱਚੋਂ ਲੰਘਿਆ ਜਿੱਥੇ ਪੱਤਾ ਪੱਤਾ ਤੁਹਾਡਾ ਵੈਰੀ ਹੋ ਜਾਂਦਾ ਹੈ। ਜਦੋਂ ਪੱਤਾ ਪੱਤਾ ਤੁਹਾਡਾ ਵੈਰੀ ਹੋ ਜਾਂਦਾ ਉਦੋਂ ਤੁਹਾਨੂੰ ਬਹੁਤ ਸਤਰਕ ਹੋ ਕੇ ਤੁਰਨਾ ਪੈਂਦਾ ਹੈ। ਪਰ ਉਹ ਪੱਤਾ ਪੱਤਾ ਵੈਰੀ 'ਚ ਜਦ ਅਖਬਾਰਾਂ 'ਚ ਖਬਰਾਂ ਲੱਗਦੀਆਂ ਵੀ ਆਹ ਕੋਰਟ 'ਚ ਕੇਸ ਪੈ ਗਿਆ ਜੀ, ਆਹ ਅਖਬਾਰ 'ਚ ਖਬਰ ਲੱਗੀ ਜੀ ਉਹਨਾਂ ਦੇ ਉਲਟ, ਆਹ ਗੱਲ ਇਹਨਾਂ ਦੀ ਐਂ ਹੋ ਗਈ ਜੀ, ਉਹਦੇ ਨਾਲ ਲੋਕਾਂ 'ਚ ਇੱਕ ਓਪੀਨੀਅਨ ਤਾਂ ਬਣਦੀ ਹੋਈ ਹੈ ਨੈਗੇਟਿਵ। ਪਰ ਜੇ ਸਾਬਤ ਸਬੂਤ ਕਦਮੀ ਨਾਲ ਇਹ ਤੁਰਦੇ ਰਹੇ ਤਾਂ ਮੈਨੂੰ ਲੱਗਦਾ ਹੈ ਵੀ ਇਹ ਕੁਛ ਨਾ ਕੁਛ ਕਰ ਲੈਣਗੇ, ਅਤੇ ਉਹਦੇ ਵਿੱਚੋਂ ਕੁਛ ਨਾ ਕੁਛ ਪੈਸਾ ਵੀ ਇਕੱਠਾ ਹੋ ਜੂ, ਅਤੇ ਉਹਦੇ ਨਾਲ ਕੁਛ ਨਾ ਕੁਛ ਸਹੂਲਤ ਵੀ ਲੋਕਾਂ ਨੂੰ ਮਿਲ ਜੂਗੀ ਜਿਹੜੀ ਮਿਲਣੀ ਚਾਹੀਦੀ ਆ, ਉਹਨਾਂ ਦਾ ਰਾਈਟ ਹੈ। ਹੁਣ ਜਿਵੇਂ ਤੁਸੀਂ ਕਿਹਾ, ਜਿਹੜੀਆਂ ਜ਼ਮੀਨਾਂ ਨਹਿਰਾਂ ਦੇ ਆਲੇ ਦੁਆਲੇ ਨੇ, ਜਿਹੜੀਆਂ ਜ਼ਮੀਨਾਂ ਜੰਗਲ ਨੇ, ਜਿਹੜੇ ਜ਼ਮੀਨ ਪਹਾੜੀ ਏਰੀਏ 'ਚ ਪਏ ਨੇ, ਵੀ ਬੰਜਰ ਜ਼ਮੀਨ ਕਹਿ ਕੇ ਛੱਡਤੀ, ਹੋਰ ਕਰਤੀ, ਉਹ ਸਾਰੀ ਜ਼ਮੀਨ ਜਿਹੜੀ ਕਬਜ਼ਾ ਦੱਬੀ ਹੋਈ ਆ, ਦੋ ਤਰ੍ਹਾਂ ਦੇ ਉਹ ਤਰੀਕੇ ਨੇ। ਇੱਕ ਸਧਾਰਨ ਜਿਹੜੇ ਲੋਕ ਸੀਗੇ ਉੱਥੇ ਆਬਾਦ ਹੋਏ, ਉਹਨਾਂ ਨੇ ਉਹਨੂੰ ਜ਼ਮੀਨ ਨੂੰ, ਬੰਜਰ ਨੂੰ ਵਿਕਸਿਤ ਕਰਕੇ ਖੇਤੀਯੋਗ ਬਣਾਇਆ, ਉਹ
ਹੋਰ ਗੱਲ ਹੈ। ਇੱਕ ਧਨਾੜ ਸੇਠਾਂ ਨੇ ਦੋ ਤਰ੍ਹਾਂ ਜ਼ਮੀਨ ਲੈ ਲਈ ਹੈ। ਇੱਕ ਤਾਂ ਜਿਵੇਂ ਚੰਡੀਗੜ੍ਹ ਦੇ ਸ਼ਹਿਰਾਂ ਦੇ ਆਲੇ ਦੁਆਲੇ ਉਹਨਾਂ ਨੂੰ ਇਹ ਇਜਾਜ਼ਤ ਨਹੀਂ ਸੀ ਉਹ ਜ਼ਮੀਨ ਖਰੀਦਣ ਦੀ। ਇਹਨਾਂ ਨੇ ਫਾਰਮ ਹਾਊਸ ਦੇ ਨਾਂ 'ਤੇ ਖਰੀਦ ਕੇ ਵੱਡੇ ਵੱਡੇ ਫਾਰਮ ਹਾਊਸ ਬਣਾ ਲਏ ਅਤੇ ਉਹਦੇ ਵਿੱਚ ਮੈਰਿਜ ਪਲੇਸ ਹੋਰ ਬੜਾ ਕੁਛ ਕਰ ਲਿਆ। ਉਹ ਗਲਤ ਸੀ, ਉਹ ਕਾਨੂੰਨੀ ਤੁਹਾਨੂੰ ਇਜਾਜ਼ਤ ਨਹੀਂ ਸੀ। ਇੱਦਾਂ ਹੀ ਜਿਵੇਂ ਆ ਸੁੱਖ ਵਿਲਾਸ ਦੀ ਤੁਸੀਂ ਗੱਲ ਕਰਕੇ ਹਟੇ ਹੋ, ਇਸੇ ਤਰ੍ਹਾਂ ਹੀ ਬਹੁਤ ਸਾਰੇ ਐਸੇ ਨੇ ਜਿਨ੍ਹਾਂ ਨੂੰ ਪਤਾ ਸੀ ਕਿ ਜੀ ਇੱਥੇ ਆਹ ਪ੍ਰੋਜੈਕਟ ਆਉਣਾ, ਉਹਨਾਂ ਨੇ ਪਹਿਲਾਂ ਉਹ ਜ਼ਮੀਨ ਖਰੀਦ ਲਈ ਲੋਕਾਂ ਤੋਂ ਸਸਤੀ, ਲੋਕਾਂ ਤੋਂ ਖਰੀਦੀ ਆ। ਉਹ ਜੰਗਲਾਤ ਦੀ ਜ਼ਮੀਨ ਨਹੀਂ ਹੈ। ਉਹਦੇ ਵੀ ਕੁਛ ਗੱਲ ਸਾਹਮਣੇ ਆਉਣੀ ਸ਼ੁਰੂ ਹੋ ਗਈ ਕਿਉਂਕਿ ਲੋਕਾਂ ਨੂੰ ਧੋਖੇ 'ਚ ਰੱਖ ਕੇ ਤੁਸੀਂ ਖਰੀਦ ਲਈ। ਤੁਹਾਨੂੰ ਪਤਾ ਕਿਉਂਕਿ ਤੁਸੀਂ ਸਰਕਾਰ 'ਚੋਂ ਵੀ ਇੱਥੋਂ ਦੀ ਤਾਂ ਭਾਈ ਸੜਕ ਨਿਕਲਣੀ ਹੈ, ਇੱਥੇ ਤਾਂ ਬਾਜ਼ਾਰ ਡਿਵੈਲਪ ਹੋ ਜਾਣਾ, ਤੇ ਇਹ ਤਾਂ ਜ਼ਮੀਨ ਦਾ ਭਾਅ ਹੀ ਬਹੁਤ ਵੱਧ ਜਾਣਾ। ਉਹਦੇ ਵਿੱਚ ਪਰ ਕੀ ਕਰਨਗੇ, ਉਹਦੇ ਵਿੱਚ ਜਿਹੜੇ ਇਹਨਾਂ ਦੇ ਆਪਦੇ ਐਮਐਲਏ ਨੇ, ਆਪ ਵਾਲਿਆਂ ਦੇ ਵੀ ਇੱਕ ਦੋ ਪ੍ਰਾਪਰਟੀ ਡੀਲਰ ਨੇ, ਵੱਡੇ ਵੈਰਨ ਨੇ, ਪ੍ਰਾਪਰਟੀ ਆਪਾਂ ਕਹਾਂਗੇ ਦਿਓ ਕੱਦ ਬੰਦੇ ਨੇ, ਉਹਨਾਂ ਦੇ ਉੱਤੇ ਉਂਗਲ ਰੱਖਣਗੇ। ਇਹ ਵੱਡਾ ਸਵਾਲ ਆਏਗਾ। ਤੇ ਪਰ ਉਂਝ ਪ੍ਰਾਪਰਟੀ 'ਤੇ ਰੱਖਣੀ ਚਾਹੀਦੀ ਹੈ। ਆਹ ਦੌਣ ਕਲਾਂ ਪਿੰਡ ਹੈ, ਚੰਡੀਗੜ੍ਹ ਦੇ ਲਾਗੇ ਹੈ, ਉੱਥੇ ਦੌਣ ਕਲਾਂ ਕਿ ਕੀ ਹੈ, ਦੌਂ ਹੈ, ਦੌਣ ਕਲਾਂ ਦੌਂ, ਉੱਥੇ ਅੱਲਾ ਦੇ ਪਿੰਡਾਂ ਦੀ ਜ਼ਮੀਨ, ਜਿਹੜਾ ਪਹਿਲਾਂ ਸਿਹਤ ਮੰਤਰੀ ਸੀ ਉਹਨੇ ਕਹਿ ਕੇ ਵੀ ਇੱਥੇ ਪਸ਼ੂ ਵਾੜਾ ਬਣਾਉਣਾ ਹੈ, ਇੱਥੇ ਫਲਾਣਾ ਬਣਾਉਣਾ ਹੈ, ਉਹ ਜ਼ਮੀਨ ਕੌਡੀਆਂ ਦੇ ਭਾਅ ਲੈ ਲਈ, ਮਤਲਬ ਲੀਜ਼ 'ਤੇ ਲੈ ਲਈ, ਕੋਈ 33 ਸਾਲ 'ਤੇ ਲੈ ਲਈ। ਉਹ ਨਹੀਂ ਦਿੱਤੀ ਜਾ ਸਕਦੀ ਸੀ ਉਸ ਤਰੀਕੇ ਨਾਲ। ਉਹ ਇਲੀਗਲ ਕੰਮ ਹੋਏ ਨੇ। ਕਿਸੇ ਨੇ ਸਾਂਝੇ ਖਾਤੇ ਲਈ, ਕਿਸੇ ਨੇ NGO ਦੇ ਨਾਂ 'ਤੇ ਲਈ, ਕਿਸੇ ਨੇ ਆਪਦਾ ਉਸ ਨੂੰ NGO ਨੂੰ ਪ੍ਰਾਈਵੇਟ ਆਪਦਾ ਪਾਕਟ ਐਡੀਸ਼ਨ ਬਣਾਇਆ ਹੋਇਆ। ਸੋ ਇਹ ਸਾਰੀਆਂ ਗੱਲਾਂ ਨੂੰ ਦੇਖਣ 'ਤੇ, ਲੋਕਾਂ ਦੇ ਸਾਹਮਣੇ ਜੱਗਰ ਕਰਨ 'ਤੇ, ਫਿਰ ਇਹਨਾਂ 'ਤੇ ਜਿਹੜੀ ਹੈ ਕਾਰਵਾਈ ਕਰਨ 'ਤੇ ਸਮਾਂ ਤਾਂ ਲੱਗਦਾ ਹੀ ਹੈ, ਅਤੇ ਉਹਦੇ 'ਚ ਕਾਫੀ ਜ਼ੋਰ ਵੀ ਲਾਉਣਾ ਪੈਂਦਾ ਹੈ, ਅਤੇ ਉਹਦੇ 'ਚ ਵਿਰੋਧ ਵੀ ਹੁੰਦਾ ਹੈ। ਸੋ ਕੋਈ ਨਹੀਂ, ਵਿਰੋਧ ਤਾਂ ਹੁੰਦਾ ਹੀ ਹੈ। ਜੇ ਵਿਰੋਧ ਨਹੀਂ ਹੋਊਗਾ ਫਿਰ ਤਾਂ ਬਿਲਕੁਲ ਹੀ ਸਰਕਾਰ ਜਿਹੜੇ ਮਰਜ਼ੀ ਐਕਸ਼ਨ ਲਈ ਉਹਦਾ ਕੀ, ਫਿਰ ਤਾਂ ਸਰਕਾਰ ਬੇਵਾਰੀ ਹੋ ਜਾਊਗੀ। ਮੈਂ ਕਹਿੰਦਾ ਵਿਰੋਧ ਵੀ ਠੀਕ ਹੋ ਰਿਹਾ, ਸਰਕਾਰ ਦੇ ਕੰਨ ਵੀ ਖੁੱਲ੍ਹਣਗੇ ਵੀ ਅਸੀਂ ਐਵੇਂ ਨਾ ਧੱਕਾ ਕਰੀ ਜਾਈਏ ਹਰੇਕ ਨਾਲ ਹੀ। ਸੋ ਇਹ ਚੰਗੀ ਗੱਲ ਹੈ, ਵਿਰੋਧ ਹੋ ਰਿਹਾ ਤਾਂ ਵੀ ਠੀਕ ਹੈ। ਪਰ ਜਿਹੜੀ ਸਰਕਾਰ ਆਪਦੇ ਕਦਮ ਨਾਲ ਤੁਰ ਰਹੀ ਹੈ, ਮੈਨੂੰ ਲੱਗਦਾ ਉਹ ਵੀ ਠੀਕ ਹੈ। ਉਹਦੇ ਨਾਲ ਹੀ ਜ਼ਮੀਨਾਂ ਜਿਹੜੀਆਂ ਨੇ, ਰੀਅਲ ਅਸਟੇਟ ਜਿਹਨੂੰ ਕਹਿੰਦੇ ਆ, ਪਰ ਇੱਕ ਗੱਲ ਜ਼ਰੂਰ ਹੈ, ਕਿਹਾ ਭਾਵੇਂ ਉਹਨਾਂ ਨੇ ਹੈ, ਅਜੇ ਤੱਕ ਕੋਈ ਸਟੈਪ ਨਹੀਂ ਹੋਇਆ ਜਿਹੜਾ ਕਿਹਾ ਸੀ ਨਵਜੋਤ ਸਿੱਧੂ ਨੇ ਕਿ ਵੀ ਸ਼ਹਿਰੀ ਜ਼ਮੀਨਾਂ ਦੇ ਉੱਤੇ ਜਿੱਥੇ ਕਬਜ਼ੇ ਹੋਏ ਨੇ ਨਜਾਇਜ਼, ਉਹਦਾ ਵੀ ਦੇਖੋ ਕਿਉਂਕਿ ਉਹਦਾ ਪੈਸਾ ਬਹੁਤ ਬਣਦਾ ਹੈ। ਇਹ ਗੱਲ ਵੀ ਇੱਕ ਵੱਡੀ ਹੈਗੀ ਹੈ। ਸੋ ਇਹਨਾਂ ਚੀਜ਼ਾਂ ਨੂੰ ਦੇਖਣ ਦੀ ਲੋੜ ਹੈ। ਮੈਨੂੰ ਲੱਗਦਾ ਹੈ ਵੀ ਇਹ ਠੀਕ ਹੈ, ਇਹ ਹੋਣਾ ਚਾਹੀਦਾ। ਵਿਰੋਧੀ ਜੋ ਮਰਜ਼ੀ ਕਹਿਣ, ਵਿਰੋਧੀਆਂ ਦੀ ਗੱਲ ਸੁਣੋ, ਉਹ 'ਤੇ ਵਿਚਾਰ ਕਰੋ ਵੀ ਇਹ ਜਿਹੜਾ ਕਹਿੰਦੇ ਨੇ ਕਿਤੇ ਇਹ ਠੀਕ ਤਾਂ ਨਹੀਂ ਹੈਗੇ ਵੀ ਅਸੀਂ ਗਲਤ ਹੋਈਏ। ਜੇ ਤੁਸੀਂ ਗਲਤ ਹੋ ਤਾਂ ਠੀਕ ਕਰ ਲਓ, ਜੇ ਤੁਸੀਂ ਠੀਕ ਹੋ ਫਿਰ ਉਹਨਾਂ ਨੂੰ ਕਹਿਣ ਦਿਓ, ਕੋਈ ਗੱਲ ਨਹੀਂ, ਤੁਸੀਂ ਲੋਕਾਂ ਦੇ ਸਾਹਮਣੇ ਸੱਚ ਆ ਜਾਣਾ। ਇੱਥੇ ਇਹ ਹੈ ਕਿ ਜ਼ੋਰ ਤਾਂ ਚਲੋ ਇਹਨਾਂ ਨੇ ਲਾਇਆ ਹੋਇਆ, ਪਰ ਜੇ ਕੋਈ ਆਮ ਆਦਮੀ ਪਾਰਟੀ ਵਾਲਿਆਂ ਨੂੰ ਸਵਾਲ ਪੁੱਛਦਾ ਤਾਂ ਉਹਦੇ ਉੱਤੇ ਬਹੁਤ ਤਰ੍ਹਾਂ ਦੀਆਂ ਉਂਗਲਾਂ ਉੱਠਣ ਲੱਗ ਜਾਂਦੀਆਂ ਕਿ ਤੁਸੀਂ ਸਵਾਲ ਕਿਉਂ ਪੁੱਛਦੇ ਹੋ, ਹਾਲੇ ਤਾਂ ਜੁਮਾ 3 ਮਹੀਨੇ ਹੋਏ ਸਰਕਾਰ ਬਣੀ ਨੂੰ, ਤੁਹਾਨੂੰ ਇਹ ਸਵਾਲ ਪੁੱਛਣੇ ਨਹੀਂ ਚਾਹੀਦੇ, ਪਰ ਬਣਦੇ ਨੇ। ਜਦੋਂ ਹੁਣ ਮੀਡੀਆ ਦੇ ਵਿੱਚ ਇੱਕ ਹੋਰ ਚਰਚਾ ਆ ਕਿ ਇਹਨਾਂ ਨੇ ਕਰੋੜਾਂ ਰੁਪਈਆ ਇਸ਼ਤਿਹਾਰਬਾਜ਼ੀ ਤੇ ਲਾਤੇ, ਤਕਰੀਬਨ 20-25 ਕਰੋੜ ਤੋਂ ਉੱਤੇ ਦੀ ਰਕਮ ਦੱਸੀ ਜਾ ਰਹੀ ਹੈ, ਤੇ ਨਾਲੋਂ ਨਾਲ ਇਹ ਵੀ ਕਿਹਾ ਜਾ ਰਿਹਾ ਆ, ਜਿਹੜੇ ਵਿਰੋਧੀ ਨੇ ਉਹ ਇਹ ਕਹਿ ਰਹੇ ਨੇ ਕਿ ਇਹ ਕਹਿੰਦੇ ਨੇ ਕਿ ਅਸੀਂ ਪੈਨਸ਼ਨਾਂ ਬੰਦ ਕਰ ਦਿਆਂਗੇ, ਉਹਦੇ ਨਾਲ ਕਹਿੰਦੇ 8 ਕਰੋੜ ਸਾਲ ਦਾ ਲੱਗਣਾ ਹੈ। ਇਹ ਮਹੀਨੋਂ ਮਹੀਨੇ ਜਿਹੜਾ ਉਹ 22-24 ਕਰੋੜ 25 ਕਰੋੜ ਇਸ ਤੋਂ ਵੱਧ ਜਿਹੜਾ ਆਪਣੀ ਇਸ਼ਤਿਹਾਰਬਾਜ਼ੀ ਤੇ ਲਾ ਰਹੇ ਨੇ, ਇਹ ਕੀ ਹੈ? ਇਹਦਾ ਹਿਸਾਬ ਕੌਣ ਦੇਗਾ? ਇਹ ਲੋਕਾਂ ਦੀ ਜੇਬ ਚੋਂ ਜਾ ਰਿਹਾ, ਇਹਨਾਂ ਦੇ MLAs ਜਾਂ ਮੰਤਰੀਆਂ ਦੀ ਜੇਬ ਚੋਂ ਤਾਂ ਜਾ ਨਹੀਂ ਰਿਹਾ। ਬਿਲਕੁਲ ਠੀਕ ਹੈ ਤੁਹਾਡੀ ਗੱਲ, ਲੋਕਾਂ ਨੇ ਸਵਾਲ ਵੀ ਕਰਨੇ ਨੇ। 3 ਮਹੀਨਿਆਂ ਦੀ ਗੱਲ ਆਪ ਵਾਲਿਆਂ ਦੀ ਵੀ ਠੀਕ ਹੈ ਵੀ ਅਜੇ ਤਾਂ ਭਾਈ ਅਸੀਂ ਗੋੜੇ 'ਚ ਪੂਣੀ ਵੀ ਨਹੀਂ ਕੱਤੀ, ਤੁਸੀਂ ਤਾਂ ਬੜੇ ਕਾਹਲੇ ਪੈ ਗਏ ਤੇ ਕੋਣਾ ਚੱਲੀ ਬਾਬਾ ਤਿਹਾਈ ਵਾਲੀ ਗੱਲ ਕਰੀਏ ਤੁਸੀਂ। ਤੇ ਪਰ ਆਪੋਜੀਸ਼ਨ ਦਾ ਵੀ ਗੱਲ ਹੈ, ਜਿੱਥੇ ਬਹੁਤ ਨਜਾਇਜ਼ ਹੋ ਰਹੀ ਹੈ ਉੱਥੇ ਬੋਲਣਾ ਵੀ ਚਾਹੀਦਾ ਹੈ। ਇਕੱਲੀ ਆਪੋਜੀਸ਼ਨ ਨਹੀਂ, ਮੀਡੀਆ ਨੂੰ ਵੀ, ਕਿਸੇ ਹੋਰ ਨੂੰ ਵੀ ਬੋਲਣਾ ਚਾਹੀਦਾ ਹੈ। ਸਰਕਾਰ ਉਹਨੂੰ ਚੰਗਾ ਮੰਨੇ ਮਾੜਾ ਮੰਨੇ ਤਾਂ ਸਰਕਾਰ ਦਾ ਕੰਮ ਹੈ, ਪਰ ਜਿਹਨੇ ਬੋਲਣਾ ਉਹਨੂੰ ਬੋਲਣਾ ਚਾਹੀਦਾ ਹੈ। ਮੈਂ ਕਹਿੰਦਾ ਨਜਾਇਜ਼ ਵੀ ਬੋਲਦੇ, ਚਾਹੇ ਕਬੀਰ ਸਾਹਿਬ ਨੇ ਕਿਹਾ ਹੈ ਵੀ ਜਿਹੜੀ ਆਲੋਚਨਾ ਹੈ ਉਹ ਤੋਂ ਬਗੈਰ ਤੁਸੀਂ ਠੀਕ ਨਹੀਂ ਹੋ ਸਕਦੇ। ਇਸ ਕਰਕੇ ਕਬੀਰ ਸਾਹਿਬ ਨੇ ਆਪਦੀ ਆਲੋਚਨਾ ਆਪ ਕਰਾਈ ਸੀ, ਤੇ ਉਹਦਾ ਸ਼ਬਦ ਹੈ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਮੋਕੋ ਡੋਗਰੇ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਕ ਹੈ ਸੋ ਨਿੰਦਕ ਮੈਂ ਹੈ ਹਮਰਾ ਚੀਤ ਨਿੰਦਕ ਹੈ ਸੋ ਹਮਰਾ ਮੀਤ। ਸੋ ਆਲੋਚਨਾ ਜਿਹੜੀ ਹੈ ਬਹੁਤ ਜ਼ਰੂਰੀ ਆ। ਆਲੋਚਨਾ ਤੋਂ ਬਗੈਰ ਚੰਗਾ ਬੰਦਾ ਵੀ ਕਦ ਗਲਤ ਹੋ ਗਿਆ ਉਹਨੂੰ ਪਤਾ ਨਹੀਂ ਲੱਗਦਾ, ਉਹ ਹੰਕਾਰੀ ਹੋ ਜਾਂਦਾ ਹੈ ਤੇ ਉਹ ਗਲਤ ਫੈਸਲੇ ਲੈਣ ਲੱਗ ਜਾਂਦਾ ਹੈ। ਉਹਦੇ ਆਲੇ ਦੁਆਲੇ ਦੇ ਬੰਦੇ ਆਪਦੇ ਲਾਭ ਵਾਸਤੇ ਫੈਸਲੇ ਦਿਵਾਉਣ ਲੱਗ ਜਾਂਦੇ ਨੇ। ਸੋ ਆਲੋਚਨਾ ਹੋਣੀ ਜ਼ਰੂਰੀ ਹੈ। ਆਪ ਪਾਰਟੀ ਦਾ ਕਹਿਣਾ ਵੀ ਸਾਨੂੰ ਤੁਸੀਂ ਆਲੋਚਨਾ ਕਿਉਂ ਕਰਦੇ ਹੋ, ਗਲਤ ਹੈ। ਉਹਨਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ, ਆਲੋਚਨਾ ਦਾ ਜਵਾਬ ਦੇਣਾ ਚਾਹੀਦਾ। ਜੇ ਉਹਨਾਂ ਨੂੰ ਲੱਗਦਾ ਕੋਈ ਜਵਾਬ ਦੇਣ ਦੀ ਲੋੜ ਨਹੀਂ, ਨਾ ਦੇਣ, ਪਰ ਇਹ ਕਹਿਣਾ ਵੀ ਆਲੋਚਨਾ ਕਿਉਂ ਕਰਦੇ ਨੇ ਗਲਤ ਹੈ ਆਪਣੇ ਆਪ 'ਚ। ਪਰ ਜਿੱਥੋਂ ਤੱਕ ਸਵਾਲ ਹੈ ਵੀ ਇਸ਼ਤਿਹਾਰਬਾਜ਼ੀ ਦਾ,
ਇਸ਼ਤਿਹਾਰਬਾਜ਼ੀ ਇੰਨੀ ਜਿਹੜੀ ਇਹਨਾਂ ਨੇ ਕਰੀ, ਅਸੀਂ ਆਹ ਵੀ ਦੇਤਾ, ਆਹ ਵੀ ਦੇਤਾ, ਆਹ ਵੀ ਦੇਤਾ, ਉਹਦੀ ਬਜਾਏ ਜੇ ਉਹ ਹਕੀਕਤ 'ਚ ਹੋਇਆ ਹੁੰਦਾ ਤਾਂ ਲੋਕਾਂ ਨੂੰ ਆਪ ਹੀ ਪਤਾ ਲੱਗ ਜਾਣਾ ਸੀ। ਉਹਦੇ 'ਚ ਫਿਰ ਇਸ਼ਤਿਹਾਰ ਦੀ ਲੋੜ ਨਹੀਂ ਹੁੰਦੀ। ਤੇ ਤੁਸੀਂ ਖਬਰਾਂ ਬਥੇਰੀਆਂ ਚਲੀਆਂ ਜਾਂਦੀਆਂ ਨੇ, ਜਦ ਤੁਸੀਂ ਮੀਡੀਆ ਨੂੰ ਇਸ ਤਰ੍ਹਾਂ ਕੰਟਰੋਲ ਕਰੋਗੇ ਇਸ਼ਤਿਹਾਰ ਦੇ ਕੇ 20-25 ਕਰੋੜ ਨਹੀਂ, ਜੋ ਮੇਰੇ ਕੋਲ ਸੂਚਨਾ ਉਹ ਹੈ ਤਕਰੀਬਨ 32 ਕਰੋੜ ਹੈ। 11 ਕਰੋੜ ਇਹਨਾਂ ਨੇ ਖਰਚ ਕਰਿਆ ਪ੍ਰਿੰਟ ਮੀਡੀਆ 'ਚ, ਤੇ ਕਰੀਬ 21 ਕਰੋੜ ਖਰਚ ਕਰਿਆ ਇਹਨਾਂ ਨੇ ਇਲੈਕਟ੍ਰੋਨਿਕ ਮੀਡੀਆ 'ਚ। ਸੋ ਇਸ ਕਰਕੇ ਉਹ ਜਿਹੜਾ ਇੰਨਾ ਖਰਚਾ ਕਰਨਾ, ਹਾਲਾਂਕਿ ਇਹ ਪੌਣੇ 2 ਲੱਖ ਕਰੋੜ ਦੇ ਬਜਟ ਦੇ ਵਿੱਚ ਕੋਈ ਬਹੁਤ ਵੱਡੀ ਰਾਸ਼ੀ ਨਹੀਂ ਹੈ, ਪਰ ਫਿਰ ਵੀ ਜਿਹੜਾ ਪ੍ਰਚਾਰ ਤੇ ਇਸ ਤਰ੍ਹਾਂ ਦੇ ਪੈਸੇ ਖਰਚ ਕਰਨੇ ਨੇ ਇਸ ਤਰੀਕੇ ਨਾਲ, ਉਹ ਮੈਨੂੰ ਐਂ ਲੱਗਦਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਅਖਬਾਰਾਂ ਨੂੰ ਇਸ਼ਤਿਹਾਰ ਦੇ ਕੇ ਇਹ ਵੀ ਕਹਿਣਾ ਹੁੰਦਾ ਵੀ ਸਾਡੇ ਖਬਰ ਹੱਕ 'ਚ ਵੀ ਲੱਗ ਜੇ। ਇਹ ਟੇਢਾ ਤਰੀਕਾ ਹੁੰਦਾ। ਸੋ ਇਸ ਤੋਂ ਗੁਰੇਜ਼ ਕਰਨਾ ਚਾਹੀਦਾ। ਪਹਿਲਾਂ ਚੰਨੀ ਸਾਹਿਬ ਨੇ ਇਹੀ ਕੁਛ ਕਰਿਆ ਸੀ। ਚੰਨੀ ਸਾਹਿਬ ਨੇ ਤਾਂ ਚੋਣਾਂ ਵੇਲੇ ਕਰਨਾ ਸ਼ੁਰੂ ਕਰਤਾ ਸੀ। ਇਹ ਤਾਂ ਅਜੇ ਚੋਣ ਨਹੀਂ ਹੈ, ਉਹਨੇ ਤਾਂ ਚੋਣਾਂ ਵੇਲੇ ਇਸ਼ਤਿਹਾਰ ਦੇਣੇ ਸ਼ੁਰੂ ਕਰਤੇ ਸੀ। ਸਰਕਾਰ ਦੇ ਖਰਚੇ 'ਚ ਓਡੋ ਓਡੋ ਇਸ਼ਤਿਹਾਰ ਵੀ ਮੈਂ ਆਹ ਵੀ ਦੇਤਾ, ਆਹ ਵੀ ਦੇਤਾ। ਅੱਜ ਕੱਢ ਕੇ ਦੇਖ ਲਓ ਉਹਨਾਂ 'ਚੋਂ ਕਿੰਨਾ ਕੁ ਮਿਲਿਆ ਹੋਇਆ ਸੀ। ਅੱਜ ਕੋਈ ਇਸ਼ਤਿਹਾਰਾਂ ਤੇ ਉਹਨਾਂ ਤੇ ਇਨਕੁਆਇਰੀ ਕਰਕੇ ਚੰਨੀ ਸਾਹਿਬ ਨੂੰ ਕਟਹਿਰੀ 'ਚ ਖੜਾ ਕਰਕੇ ਪੁੱਛ ਲੈਣ ਵੀ ਦੱਸੋ ਜੀ ਤੁਸੀਂ ਆਪ ਇਸ਼ਤਿਹਾਰ ਦਿੱਤਾ ਨਾ ਤੁਹਾਡੀ ਸਰਕਾਰ ਨੇ, ਦੱਸੋ ਇਹ ਕਿੱਥੇ ਹੈ? ਕੋਈ ਜਵਾਬ ਨਹੀਂ ਹੋਏਗਾ। ਸੋ ਇਸ ਕਰਕੇ ਜਦ ਸਰਕਾਰਾਂ ਇਸ਼ਤਿਹਾਰਬਾਜ਼ੀ ਤੇ ਪੈਸਾ ਖਰਚਦੀਆਂ ਨੇ, ਉਹਦੀ ਬਜਾਏ ਲੋਕਾਂ ਦੇ ਮਨਾਂ ਤੇ ਰਾਜ ਕਰਨਾ ਜ਼ਰੂਰੀ ਹੈ। ਜੇ ਤੁਸੀਂ ਮਨਰੇਗਾ ਲੋਕਾਂ ਦੇ ਕਾਰਡ ਠੀਕ ਬਣਾਤੇ, ਜੇ ਤੁਹਾਡੀਆਂ ਪੰਚਾਇਤਾਂ ਜਿਹੜੀਆਂ ਨੇ ਗ੍ਰਾਮ ਸਭਾਵਾਂ ਠੀਕ ਤਰੀਕੇ ਨਾਲ ਹੋ ਕੇ ਲੋਕਾਂ ਦੇ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਸਾਰੇ ਲੱਗ ਰਹੇ ਨੇ ਠੀਕ ਤਰੀਕੇ ਨਾਲ, ਤੇ ਫਿਰ ਪ੍ਰਚਾਰ ਦੀ ਤਾਂ ਲੋੜ ਹੀ ਨਹੀਂ। ਲੋਕਾਂ ਨੇ ਕਹਿਣਾ ਯਾਰ ਇਹ ਤਾਂ ਰੋਜ਼ ਹੀ ਗ੍ਰਾਮ ਪੰਚਾਇਤਾਂ ਹੋ ਰਹੀਆਂ ਨੇ, ਆਪੇ ਫੈਸਲੇ ਹੋ ਰਹੇ ਨੇ, ਸਭ ਦੀ ਇਹ ਕਾਰਡ ਬਣ ਗਏ, ਰਾਸ਼ਨ ਕਾਰਡ ਬਣ ਗਏ, ਨੀਲੇ ਪੀਲੇ ਕਾਰਡ ਬਣ ਗਏ, ਸਾਰੀਆਂ ਦੀਆਂ ਪੈਨਸ਼ਨਾਂ ਲੱਗ ਰਹੀਆਂ ਨੇ। ਕੋਈ ਮਜਾਲਾ ਕੋਈ ਕਿਸੇ ਤੋਂ ਪੈਸਾ ਲੈ ਜੇ, ਮਜਾਲਾ ਕਿਸੇ ਦੀ ਨਾ ਲੱਗੇ, ਸਿਫਾਰਿਸ਼ ਦੀ ਕੋਈ ਲੋੜ ਹੀ ਨਹੀਂ। ਮਨਰੇਗਾ ਕਾਰਡ ਜਿਹਦਾ ਬਣਦਾ ਉਹਦਾ ਬਣੀ ਜਾ ਰਿਹਾ ਹੈ, ਜਿਹਦਾ ਹੱਕ ਬਣਦਾ ਹੈ, ਤੇ ਉਹਨਾਂ ਨੂੰ ਕੰਮ ਵੀ ਮਿਲੀ ਜਾਂਦਾ ਹੈ। ਉਹਦੇ ਕੰਮ ਦੇ ਕੋਈ ਪੈਸੇ ਨਹੀਂ ਰੋਕ ਸਕਦਾ। ਉਹਦੇ ਨਾਲ ਆਪੀ ਪ੍ਰਚਾਰ ਹੋ ਜਾਣਾ, ਕਿਉਂਕਿ ਇੰਨੇ ਲੋਕਾਂ ਨੂੰ ਜਦ ਕੰਮ ਮਿਲੂ, ਪਿੰਡ ਪਿੰਡ ਕੰਮ ਮਿਲੂ, ਤਾਂ ਪਿੰਡਾਂ 'ਚ ਇਹ 13,000 ਪਿੰਡਾਂ ਜਾ ਹੀ ਨਹੀਂ ਸਕਦੇ, ਜ਼ੋਰ ਲਾ ਲੈਣ ਚਾਹੇ। ਸੋ ਉਹ ਤਾਂ ਆਪ ਹੀ ਲੋਕਾਂ ਨੇ ਕਰ ਦੇਣਾ ਵੀ ਹਾਂ ਯਾਰ ਇਹ ਤਾਂ ਕਮਾਲ ਹੀ ਹੋਣ ਲੱਗ ਗਈ। ਕੁਝ ਦਿਨ ਵਾਸਤੇ ਰੈਵਨਿਊ ਮਹਿਕਮੇ ਦੇ ਵਿੱਚ, ਮਾਲ ਮਹਿਕਮੇ 'ਚ ਥੋੜ੍ਹੀ ਜਿਹੀ ਭ੍ਰਿਸ਼ਟਾਚਾਰ ਘਟਿਆ ਸੀ, ਉਦੋਂ ਆਪ ਹੀ ਗੱਲਾਂ ਹੋ ਗਈਆਂ ਸੀ। ਇਸ਼ਤਿਹਾਰ ਦੀ ਤਾਂ ਲੋੜ ਹੀ ਨਹੀਂ ਸੀ ਉਹਦੇ 'ਚ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਜਿਹੜੀ ਸਰਕਾਰ ਇਸ਼ਤਿਹਾਰਾਂ ਦੇ ਪਾਸੇ ਪੈਂਦੀ ਆ, ਉਹ ਤਾਂ ਹੈ ਗਲਤ, ਬਹੁਤਾ ਜ਼ਿਆਦਾ ਨਹੀਂ ਪਈਦਾ। ਥੋੜ੍ਹੀ ਬਹੁਤੀ ਕਦੇ ਕਦੇ ਦੇਣੀ ਹੁੰਦੀ ਆ ਐਡਵਰਟਾਈਜ਼ਮੈਂਟ। ਪਰ ਜਿਹੜਾ ਇਹ ਕਹਿਣਾ ਆਲੋਚਕਾਂ ਦਾ ਵੀ 8 ਲੱਖ ਇਹਨਾਂ ਨੇ ਪੈਨਸ਼ਨਾਂ ਬਚਾਏ, ਪੈਨਸ਼ਨਾਂ ਇੱਕ ਅਸੂਲਨ ਗੱਲ ਹੈ 8 ਕਰੋੜ ਕਿ ਤੁਹਾਨੂੰ ਜੇ ਤਨਖਾਹ ਮਿਲਦੀ ਹੈ ਤਾਂ ਪੈਨਸ਼ਨ ਨਹੀਂ ਮਿਲਣੀ, ਤੇ ਇੱਕ ਪੈਨਸ਼ਨ ਮਿਲਣੀ ਚਾਹੀਦੀ ਹੈ। ਪਰ ਅਜੇ ਉਹਨਾਂ ਨੇ ਇਹ ਇੱਕ ਪੈਨਸ਼ਨ ਜਾਂ ਇੱਕ ਤਨਖਾਹ ਵਾਲਾ ਜਿਹੜਾ ਲਾਗੂ ਕਰਿਆ, ਉਹ ਕੱਲੇ ਸਿਆਸਤਦਾਨਾਂ ਤੇ ਕਰਿਆ, ਉਹ ਮੁਲਾਜ਼ਮਾਂ ਤੇ ਨਹੀਂ ਕਰਿਆ। ਯੂਨੀਵਰਸਿਟੀਆਂ ਦੇ ਪ੍ਰੋਫੈਸਰ ਨਾਲੇ ਪੈਨਸ਼ਨ ਲੈ ਰਹੇ ਨੇ, ਨਾਲੇ ਤਨਖਾਹ ਲੈ ਰਹੇ ਨੇ। ਇੱਦਾਂ ਹੀ ਬਹੁਤ ਸਾਰੇ ਡਾਕਟਰ ਨੇ ਮੈਡੀਕਲ ਕਾਲਜਾਂ ਦੇ, ਨਾਲੇ ਉਹ ਤਨਖਾਹ ਲੈ ਰਹੇ ਨੇ, ਨਾਲੇ ਪੈਨਸ਼ਨ ਲੈ ਰਹੇ ਨੇ। ਔਰ ਬਹੁਤਿਆਂ ਦੀ ਉਹਨਾਂ ਦੀ ਲੋੜ ਵੀ ਨਹੀਂ ਆ ਉੱਥੇ। ਉਹੀ ਉਹਨਾਂ ਨੇ ਅਸਾਮਾ ਜਿਹਾ ਬਣਾਇਆ ਹੋਇਆ ਵੀ ਸਾਡੇ ਬਿਨਾਂ ਸਰਨਾ ਨਹੀਂ ਜੀ, ਇਹ ਅਸਾਮੀ ਹੈਗੀ ਹੈ ਜੀ ਖਾਲੀ। ਅਸਾਮੀਆਂ ਤਾਂ ਵਾਧੂ ਇਹਨਾਂ ਨੇ ਰਚੀਆਂ ਹੋਈਆਂ ਨੇ। ਵਾਧੂ ਅਸਾਮੀਆਂ ਦੀ ਲੋੜ ਕੀ ਹੈ? ਜਿਹਦੀ ਲੋੜ ਹੀ ਨਹੀਂ ਅਸਾਮੀ ਦੀ, ਨਾ ਇਲਾਜ ਵਾਸਤੇ ਹਸਪਤਾਲ 'ਚ ਲੋੜ ਹੈ, ਨਾ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਮੁਤਾਬਕ ਲੋੜ ਹੈ, ਤੇ ਫਿਰ ਉਹ ਅਸਾਮੀ ਭਰਨ ਦੀ ਕੀ ਲੋੜ ਹੈ? ਪਈ ਆ ਤਾਂ ਪਈ ਰਹੇ। ਅੰਗਰੇਜ਼ੀ 'ਚ ਕਹਿੰਦੇ ਨੇ ਇੱਕ ਸਰਕਾਰ 'ਚ ਤਰੀਕਾ ਉਹਨੂੰ ਕਹਿੰਦਾ ਹੈਲਡ ਇਨ ਅਬੇਂਸ। ਹੈਲਡ ਇਨ ਅਬੇਂਸ ਦਾ ਮਤਲਬ ਹੁੰਦਾ ਵੀ ਅਸਾਮੀ ਰਚੀ ਹੋਈ ਹੈਗੀ ਹੈ, ਇਹਨੂੰ ਅਸੀਂ ਖਤਮ ਨਹੀਂ ਕਰਦੇ, ਪਰ ਇਸ ਨੂੰ ਅਸੀਂ ਅਜੇ ਕਹਿ ਲਓ ਵੀ ਠੰਡੇ ਵਾਸਤੇ ਪਾਤਾ, ਪੰਜਾਬੀ 'ਚ ਇਹ ਕਹਿਣਾ ਹੋਵੇ। ਉਹ ਠੰਡੇ ਵਾਸਤੇ ਪਾਈਆਂ ਜਾ ਸਕਦੀਆਂ ਨੇ, ਪਰ ਇਹ ਲਾਈ ਜਾਂਦੇ ਨੇ ਕਿਉਂਕਿ ਹਰ ਬੰਦਾ ਆਪਦਾ ਲਾਲਚੀ। ਉਹ ਪਹਿਲਾਂ ਕਾਂਗਰਸ ਸਰਕਾਰ ਵੀ ਲਾਉਂਦੀ ਆਈ ਆ, ਉਦੋਂ ਪਹਿਲਾਂ ਅਕਾਲੀ ਦਲ ਵੀ ਕਰਦਾ ਆਇਆ, ਹੁਣ ਇਹ ਵੀ ਕਰ ਰਹੇ ਨੇ। ਇਹਨਾਂ ਨੂੰ ਇਹਨਾਂ ਗੱਲਾਂ ਦੇ ਉੱਤੇ ਵੀ, ਪੈਨਸ਼ਨਾਂ ਦੇ ਉੱਤੇ ਤੇ ਇੱਕ ਤਨਖਾਹ ਇੱਕ ਪੈਨਸ਼ਨ, ਜਾਂ ਇੱਕ ਪੈਨਸ਼ਨ ਜਾਂ ਇੱਕ ਤਨਖਾਹ, ਇਹਦੇ ਉੱਤੇ ਇਹਨਾਂ ਨੂੰ ਸਾਰੇ ਮਹਿਕਮਿਆਂ ਦੀ ਸਥਿਤੀ। ਪਰ ਮੈਂ ਕਹਾਂਗਾ ਇਹਨਾਂ ਦੇ ਆਲੇ ਦੁਆਲੇ ਬੜਾ ਪੂਰੀ ਤੇ ਇਕੱਠ ਹੋ ਰਿਹਾ। ਇਹਨਾਂ ਨੇ ਕਿਹਾ ਝੂਠੀਆਂ ਡਿਗਰੀਆਂ ਦੇ ਫਾਨੇ ਨੇ। ਝੂਠੀਆਂ ਡਿਗਰੀਆਂ ਮੈਨੂੰ ਪਤਾ ਵੀ ਕਿੰਨੇ ਉਹ ਤਾਕਤਵਰ ਨੇ, ਕਿੰਨੇ ਕਿੱਥੇ ਕਿੱਥੇ ਮਿਲਦੇ ਨੇ, ਕਿਵੇਂ ਉਹਨਾਂ ਨੇ ਡਿਗਰੀਆਂ ਲਈਆਂ ਹੋਈਆਂ ਨੇ। ਉਹ ਇਹਨਾਂ 'ਤੇ ਜ਼ਰੂਰ ਆਲੋਚਨਾ ਕਰਵਾਉਣਗੇ, ਪਰ ਉਹਨਾਂ ਨੇ ਆਪਦੇ ਪੱਕੇ ਇਰਾਦੇ ਨਾਲ ਕਹਤਾ ਵੀ ਅਸੀਂ ਝੂਠੀਆਂ ਡਿਗਰੀਆਂ ਵਾਲੇ ਫੜਾਂਗੇ। ਇਹਨਾਂ ਨੇ ਗਲਤ ਡਿਗਰੀ ਵਾਲ ਨੂੰ ਉਹ ਕਰਤਾ, ਸਸਪੈਂਡ ਕਰਤਾ, ਤੇ ਉਹ ਹਿੰਮਤ ਸੀ। ਸੋ ਮੈਨੂੰ ਐਂ ਲੱਗਦਾ ਵੀ ਜਿੱਥੇ ਗਲਤ ਡਿਗਰੀਆਂ ਨਾਲ, ਨਕਲਾਂ ਦੇ ਨਾਲ ਦੂਜੇ ਬੰਦੇ ਨੂੰ ਬਿਠਾ ਕੇ 2 ਨੰਬਰ ਦੇ ਵਿੱਚ ਨੌਕਰੀਆਂ ਨੇ, ਬਿਨਾਂ ਐਡਵਰਟਾਈਜ਼ਮੈਂਟ ਦੇ ਨੌਕਰੀਆਂ, ਉਹ ਤਾਂ ਸੁਪਰੀਮ ਕੋਰਟ ਕਹਿੰਦੀ ਹੈ ਵੀ ਇਹ ਸਾਰਾ ਕੁਝ ਗਲਤ ਹੈ, ਇਹਨਾਂ ਨੂੰ ਫੜ ਲੈਣਾ ਚਾਹੀਦਾ। ਉਹਦੇ ਕਰਕੇ ਭ੍ਰਿਸ਼ਟਾਚਾਰ ਜ਼ਿਆਦਾ ਹੁੰਦਾ, ਕਿਉਂਕਿ ਜਿਹੜਾ ਬੰਦਾ ਬਿਨਾਂ ਡਿਗਰੀ ਦੇ ਮਾਸਟਰ ਲੱਗ ਗਿਆ, ਡਾਕਟਰ ਲੱਗ ਗਿਆ, ਜਾਂ ਕੋਈ ਇੰਜੀਨੀਅਰ ਲੱਗ ਗਿਆ, ਜਾਂ ਕੁਛ ਲੱਗ ਗਿਆ, ਬਿਨਾਂ ਕਿਸੇ ਇੰਟਰਵਿਊ ਦੇ ਲੱਗ ਗਿਆ, ਉਹ ਗਾਹਾਂ ਠੱਗੀਆਂ ਦਾ ਹੀ ਬਿਜ਼ਨਸ ਚਲਾਉਂਦਾ, ਕਿਉਂਕਿ ਉਹਨੇ ਤਾਂ ਆਪਦੀ ਠੱਗੀ ਨੂੰ ਢੱਕ ਕੇ ਰੱਖਣਾ ਹੁੰਦਾ। ਸੋ ਮੈਨੂੰ ਐਂ ਲੱਗਦਾ ਹੈ
ਵੀ ਇਹਨਾਂ ਨੂੰ ਇਸ ਪਾਸੇ ਨੂੰ ਸਖਤੀ ਕਰਨੀ ਚਾਹੀਦੀ ਹੈ, ਤਾਂ ਕਿ ਜਿਹੜਾ ਪ੍ਰਸ਼ਾਸਨ ਉਹੀ ਅਸੀਂ ਐਂ ਕਰ ਦਾਂਗੇ ਜੀ, ਅਸੀਂ ਐਂ ਕਰ ਦਾਂਗੇ, ਉਹਨੂੰ ਕੋਈ ਗੱਲ ਨਹੀਂ, ਜਿਨ੍ਹਾਂ ਨੇ ਝੂਠੀਆਂ ਡਿਗਰੀਆਂ ਨੇ ਜੋ ਮਰਜ਼ੀ ਕਰ ਲਿਓ, ਉਹਨਾਂ ਨੂੰ ਛੱਡਾਂਗੇ ਨਹੀਂ। ਮੈਂ ਕਿਉਂ ਕਹਿਣਾ ਇਹ? ਅਸੀਂ ਫੜੇ ਪੇਪਰ 'ਚ ਦੂਜੇ ਬੰਦੇ ਬਹਿੰਦੇ ਸੀ, ਸਾਨੂੰ ਸ਼ੰਕਾ ਪੈ ਗਈ ਵੀ ਦੂਜੇ ਬੈਠੇ ਨੇ, ਅਸੀਂ ਵੀਡੀਓਗ੍ਰਾਫੀ ਕਰੀ, ਰਾਤੋਂ ਰਾਤ ਅਸੀਂ ਇੱਕ ਫਾਰਮ ਜਿਹਾ ਦਿੱਤਾ, ਉਹਦਾ ਤਾਂ ਸਾਡਾ ਉਹ ਹੋ ਗਿਆ, ਮੌਕੇ 'ਤੇ ਉਹ ਬੋਲ ਦਿੱਤਾ ਗਿਆ ਵੀ ਆਹ ਖਾਨੇ ਭਰਨੇ ਨੇ। ਉਹ ਠੱਗਾਂ ਨੂੰ ਤਾਂ ਪਹਿਲਾਂ ਹੀ ਪਤਾ ਲੱਗਿਆ ਵੀ ਇਹ ਖਾਨਿਆਂ ਦਾ ਆਪਾਂ ਸੂਚਨਾ ਲੈ ਲਓ, ਪਰ ਅਸੀਂ ਉਹ ਵੀਡੀਓਗ੍ਰਾਫੀ ਨਾਲ ਚੈੱਕ ਕਰਦੀਆਂ ਰਿਕਾਰਡ ਦੀਆਂ ਫੋਟੋਆਂ, ਪਹਿਲਾਂ ਫੋਟੋਆਂ ਠੱਗੀ ਨਾਲ ਭੇਜਦੇ ਸੀ, ਦੂਜੇ ਦੀ ਪਹਿਲਾਂ ਹੀ ਭੇਜ ਦਿੰਦੇ ਸੀ, ਉਹ ਅਸੀਂ ਕਿਹਾ SDM ਤੋਂ ਕਰਾਓ ਸਾਈਨ, ਜਾਂ ਫਿਰ ਜਿਹੜੇ ਕਾਲਜ ਸਕੂਲ 'ਚ ਪੜ੍ਹੇ ਉਹਦੇ ਪ੍ਰਿੰਸੀਪਲ ਤੋਂ। ਉਹਦੇ ਨਾਲ ਅਸੀਂ ਠੱਗੀ 27 ਬੰਦੇ ਫੜ ਲਏ, 27 ਦੇ 27 ਕੱਢ ਕੇ ਬਾਹਰ ਮਾਰੇ, ਉਹਨਾਂ ਦਾ ਕੈਂਡੀਡੇਚਰ ਕੈਂਸਲ ਕਰਤਾ, 6 ਮਹੀਨੇ ਉਹਨਾਂ ਦੀ ਜ਼ਮਾਨਤ ਨਹੀਂ ਹੋਈ। ਸੋ ਕੇਸ ਰਜਿਸਟਰ ਕਰਾਤੇ। ਜਿਹੜੀ ਤੁਹਾਡੇ ਹੱਥ 'ਚ ਪਾਵਰ ਉਹਨੂੰ ਵਰਤੋ, ਉਹਨੂੰ ਦੱਸ ਦਿਓ ਵੀ ਐਂ ਠੱਗੀ ਨਹੀਂ ਚੱਲਣੀ, ਭੁਲੇਖਾ ਨਾ ਰੱਖਿਓ। ਇਹ ਡਿਟਰਮੀਨੇਸ਼ਨ ਨਾਲ ਕਿਹਾ ਭਗਵੰਤ ਮਾਨ ਨੇ। ਜੇ ਮੈਨੂੰ ਲੱਗਦਾ ਹੈ ਮੁੱਖ ਮੰਤਰੀ ਸਾਹਿਬ ਇਸ ਇਰਾਦੇ ਦੇ ਪੱਕੇ ਹੋ ਕੇ, ਜਿਹੜੇ ਬੰਦੇ ਝੂਠੀਆਂ ਡਿਗਰੀਆਂ ਵਾਲੇ ਨੇ, ਬਹੁਤ ਸਾਰੇ ਆ ਹੁਣੀ ਕੱਲ੍ਹ ਵੀ ਆ ਰਿਹਾ ਸੀ ਇੱਕ ਜ਼ਿਲ੍ਹਾ ਐਸਾ ਪੰਜਾਬ ਦਾ ਜਿੱਥੋਂ ਹਰ ਤਰ੍ਹਾਂ ਦੀਆਂ ਝੂਠੀਆਂ ਡਿਗਰੀਆਂ ਮਿਲਦੀਆਂ ਨੇ, ਔਰ ਮੈਂ ਝੂਠੀਆਂ ਡਿਗਰੀਆਂ ਵਾਲੇ ਫੜੇ ਨੇ ਆਪ ਵੀ। ਇਹ ਇਕੱਲੇ ਇਹੀ ਨਹੀਂ ਵੀ ਦੂਜੇ ਬਹਿ ਗਏ ਸੀ, ANM ਟ੍ਰੇਨਿੰਗ ਸਕੂਲ, ਸ਼ਾਇਦ ਮੈਂ ਪਹਿਲਾਂ ਵੀ ਗੱਲ ਕਰੀ ਹੋਵੇ, 60 ਦੇ ਵਿੱਚੋਂ 36 ਝੂਠੇ ਸਰਟੀਫਿਕੇਟ ਫੜੇ ਅਸੀਂ 10ਵੀਂ ਦੇ। 3 ਮਹੀਨੇ ਰਹਿ ਗਏ ਸੀ ਇਮਤਿਹਾਨ 'ਚ, 18 ਮਹੀਨੇ ਦਾ ਕੋਰਸ ਸੀ, 15 ਮਹੀਨੇ ਹੋ ਗਏ ਸੀ ਜਦ ਤੱਕ ਇਹ ਚੈੱਕ ਹੋ ਕੇ ਆਇਆ ਸਾਰਾ ਕੁਛ। ਅਸੀਂ 3 ਮਹੀਨੇ ਰਹਿੰਦੇ ਵੀ ਕੱਢਤੇ ਸਾਰੇ, ਵੀ ਜਾਓ ਭੱਜੋ, ਦਾਲਿਓ ਜੋਰ ਜਿਹੜਾ ਲਾਉਣਾ ਦੇਖੀ ਜਾਓ, ਫਿਰ ਡਾਂਗ ਤੇ ਡੇਰਾ ਹੁੰਦਾ ਇਹ ਤਾਂ। ਸੋ ਇਸ ਕਰਕੇ ਜਿਹੜਾ ਝੂਠ ਠੱਗੀ ਮਾਰ ਰਿਹਾ ਹੈ, ਉਹ ਸਭ ਤੋਂ ਵੱਡਾ ਕੈਂਸਰ ਹੈ ਸਮਾਜ ਦਾ। ਜਿਹੜਾ ਬੰਦਾ ਮਿਹਨਤ ਕਰਕੇ ਆਇਆ ਉਹਦੇ 2 ਨੰਬਰ ਘੱਟ ਹੋ ਸਕਦੇ ਨੇ, ਵੱਧ ਹੋ ਸਕਦੇ, ਉਹ ਗੱਲ ਵੱਖਰੀ ਹੈ। ਜਿਹੜਾ ਜਮਾਂ ਹੀ ਠੱਗੀ ਮਾਰ ਕੇ ਆਇਆ ਹੈ, ਜਿਹਨੇ ਉਹ ਇਮਤਿਹਾਨ ਹੀ ਨਹੀਂ ਪਾਸ ਕਰਿਆ ਤੇ ਉਹ ਆ ਕੇ ਵਿੱਚ ਬਹਿ ਗਿਆ ਤੇ ਉਹ ਕਹਾਂ ਸਰਕਾਰ ਚਲਾ ਰਿਹਾ, ਉਹਨੇ ਕੀ ਚਲਾਉਣੀ ਹੈ? ਸਰਕਾਰ ਚਲਾਉਣੀ ਹੈ। 10ਵੀਂ 12ਵੀਂ ਤੋਂ ਉਦੋਂ ਪਾਸ ਨਹੀਂ ਹੋਈ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਜਿੰਨੀਆਂ ਝੂਠੀਆਂ ਡਿਗਰੀਆਂ ਨੇ, ਜਿੰਨੇ ਬਾਅਦ ਦੇ ਵਿੱਚ ਜਿਨ੍ਹਾਂ ਨੇ ਪੋਸਟ ਗ੍ਰੈਜੂਏਸ਼ਨ ਕਰੀ ਹੈ, ਉਹਦੇ ਬੇਸ 'ਤੇ ਉਹਨਾਂ ਨੇ ਤਰੱਕੀਆਂ ਲਈਆਂ ਨੇ, ਕਿਸੇ ਨੇ PhD ਕਰੀ ਹੈ, ਉਹਦੀਆਂ ਤਰੱਕੀਆਂ ਲਈਆਂ ਨੇ, ਜਾਂ ਉਹਨਾਂ ਨੇ ਕੋਈ ਨਾ ਕੋਈ ਹੋਰ ਅਹੁਦੇ ਲਏ ਨੇ, ਉਹ ਸਾਰੀਆਂ ਜਿਹੜੀਆਂ ਪੜ੍ਹਾਈ, ਜਿਹੜੀ ਆਪਣੀ ਰੈਗੂਲਰ ਪੜ੍ਹਾਈ ਹੈ, ਨਿਯਮਿਤ ਪੜ੍ਹਾਈ ਹੈ, ਸੰਸਥਾਵਾਂ ਦੇ ਵਿੱਚ ਪੜ੍ਹਾਈ ਹੈ, ਉਹ ਤੋਂ ਬਿਨਾਂ ਜਿਨ੍ਹਾਂ ਨੇ ਕਰੀਆਂ ਨੇ ਬਾਹਰਲੀਆਂ ਯੂਨੀਵਰਸਿਟੀਆਂ 'ਚੋਂ, ਤੇ ਉਹਨਾਂ ਸਾਰਿਆਂ ਦੀਆਂ ਡਿਗਰੀਆਂ ਚੈੱਕ ਕਰਨੀਆਂ ਚਾਹੀਦੀਆਂ ਨੇ ਤੇ ਠੱਗੀ ਵਾਲਿਆਂ ਨੂੰ ਬਾਹਰ ਕੱਢ ਦੇਣਾ ਚਾਹੀਦਾ। ਜੇ ਇੱਕ ਵਾਰੀ ਤੁਸੀਂ ਪ੍ਰਸ਼ਾਸਨ 'ਚੋਂ ਠੱਗੀ ਵਾਲੇ ਬਾਹਰ ਕੱਢਦੇ, ਉਹਦੇ ਨਾਲ ਹੀ ਬੜਾ ਫਰਕ ਪੈ ਜਾਏਗਾ ਪ੍ਰਸ਼ਾਸਨ 'ਚ, ਕਿਉਂਕਿ ਠੱਗੀ ਵਾਲਾ ਜ਼ਿਆਦਾ ਵੱਡੀ ਠੱਗੀ ਮਾਰਦਾ ਹੈ, ਉਹਨੇ ਆਪਦੀ ਠੱਗੀ ਨੂੰ ਪਰਦਾ ਪਾਉਣ ਵਾਸਤੇ ਵੀ ਉਹਨੂੰ ਪੈਸੇ ਚਾਹੀਦੇ ਨੇ, ਦੂਜਾ ਸਿਰਫ ਪੈਸੇ ਇਕੱਠੇ ਕਰਦਾ ਆਪਦੇ ਵਾਸਤੇ, ਉਹਨੂੰ ਠੱਗੀ ਤੇ ਉਹਨੇ, ਕਿਉਂਕਿ ਠੱਗੀ ਉਸ ਤਰ੍ਹਾਂ ਦੀ ਉਹ ਨਹੀਂ ਮਾਰੀ ਹੁੰਦੀ ਡਿਗਰੀ ਵਾਲੀ, ਇਸ ਕਰਕੇ ਉਹਨੂੰ ਨੌਕਰੀ ਦਾ ਖਤਰਾ ਨਹੀਂ ਹੁੰਦਾ। ਸੋ ਮੈਨੂੰ ਲੱਗਦਾ ਹੈ ਵੀ ਇਹ ਭਗਵੰਤ ਮਾਨ ਹੋਰਾਂ ਦੀ ਸਰਕਾਰ ਦਾ ਜਾਂ ਇਹਨਾਂ ਦੇ ਆਪ ਵਾਲੇ ਬੰਦਿਆਂ ਦਾ, ਕਿਉਂਕਿ ਆਪ ਨੂੰ ਕਿਹੜਾ ਇੰਨੀ ਟ੍ਰੇਨਿੰਗ, ਆਪ ਵਾਲੇ ਵੀ ਤਾਂ ਇਹੀ ਸਮਝਦੇ ਨਾ ਵੀ ਅਸੀਂ ਸਰਕਾਰ, ਅਸੀਂ ਜੋ ਮਰਜ਼ੀ ਕਰੀਏ। ਆਪ ਵਾਲੇ ਚ ਉਸੇ ਸਮਾਜ 'ਚੋਂ ਆਏ ਨੇ ਨਾ, ਇਹਨਾਂ 'ਚ ਵੀ ਉਹ ਐਰੋਗੈਂਸ ਹੋ ਸਕਦੀ ਹੈ। ਸੋ ਇਹਨਾਂ ਨੂੰ ਇੱਕ ਤਾਂ ਆਪਦੇ ਸ਼ਿਵਰ ਲਾ ਕੇ ਆਪਦੇ ਸਾਰੇ ਕੈਡਰ ਨੂੰ ਥੱਲੇ ਤੱਕ ਦੱਸਣਾ ਚਾਹੀਦਾ ਵੀ ਆਪਾਂ ਹੁਣ ਤਾਂ ਚਲੋ ਚੋਣ ਵੀ ਜਿਹਨੇ 23 ਤਰੀਕ ਨੂੰ ਕੱਟਾ ਕੱਟੀ ਹੋ ਜਾਣਾ, ਜੋ ਵੀ ਹੋਣਾ, ਉਸ ਤੋਂ ਬਾਅਦ ਇਹਨਾਂ ਨੂੰ ਸ਼ਿਵਰ ਲਾ ਕੇ ਆਪਦੇ ਬੰਦਿਆਂ ਨੂੰ ਸਮਝਾਉਣਾ ਚਾਹੀਦਾ ਵੀ ਲੋਕਾਂ 'ਚ ਹਲੀਮੀ ਨਾਲ ਜਾਓ। ਅਰੇ ਇਹਨਾਂ ਦਾ ਉਹ MLA ਜਿਹੜਾ ਸੀ ਗੁੱਗੇ, ਉਹਨੇ ਹਲੀਮੀ ਦੀ ਉਦਾਹਰਨ ਜਦੋਂ ਸਕੂਲ 'ਚ ਗਿਆ ਹੈ ਭਸੌੜ ਦੇ ਏਰੀਏ ਦੇ ਵਿੱਚ, ਤਾਂ ਉਹਨੇ ਉਹ ਭਦੌੜ ਦੇ ਏਰੀਏ 'ਚ, ਤੇ ਉਹਨੇ ਉਹ ਸਾਬਤ ਕਰਤਾ ਵੀ ਹਲੀਮੀ ਕੀ ਹੁੰਦੀ ਹੈ, ਕਿਵੇਂ ਉਹ ਜਿਹੜੀ ਅਧਿਕਾਰੀ ਹੈਗੀ ਹੈ। ਹਾਲਾਂਕਿ MLA ਦਾ ਤਾਂ ਜਿਹੜੇ ਪ੍ਰੋਟੋਕੋਲ ਅਸੀਂ ਕਹਿੰਦੇ ਹਾਂ ਮਰਿਆਦਾ, MLA ਦੀ ਮਰਿਆਦਾ ਤਾਂ DC ਤੋਂ ਵੀ ਉੱਪਰ ਹੈ, ਪਰ ਉਹਨੇ ਫਿਰ ਵੀ ਉਸ ਬੜੀ ਡਿਪਟੀ DO ਨੂੰ ਵੀ ਬੜੀ ਇੱਜ਼ਤ ਮਾਨ ਨਾਲ ਗੱਲ ਕਰ ਰਹੀ ਸੀ, ਔਰ ਕਰਨੀ ਚਾਹੀਦੀ ਵੀ ਹੈ, ਸਾਡੀ ਡਿਊਟੀ ਬਣਦੀ ਹੈ। ਇੱਕ ਤਾਂ ਡੇਲੀ ਸੀ, ਦੂਜੀ ਗੱਲ ਚਾਹੇ ਉਹ ਡਿਪਟੀ DO ਨੇ, ਚਾਹੇ DO ਨੇ, ਚਾਹੇ ਕੋਈ ਹੋਰ ਅਧਿਕਾਰੀ ਨੇ, ਅਧਿਕਾਰੀਆਂ ਨਾਲ ਗੱਲ ਤਾਂ ਇੱਜ਼ਤ ਮਾਨ ਨਾਲ ਹੀ ਕਰਨੀ ਚਾਹੀਦੀ ਹੈ, ਤਾਂ ਹੀ ਸਰਕਾਰ ਠੀਕ ਚੱਲਦੀ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਵੀ ਇਹਨਾਂ ਨੂੰ ਬਾਕੀਆਂ ਸਾਰਿਆਂ ਨੂੰ ਇਹ ਉਦਾਹਰਨ ਦੱਸਣੀ ਚਾਹੀਦੀ ਹੈ ਵੀ ਆਪਾਂ ਨੂੰ ਐਂ ਕਰਨਾ ਹੈ। ਬਾਕੀ ਇਹਨਾਂ ਦੇ ਉੱਤੇ ਰੋਜ਼ ਲੰਚ ਲਾਉਣਗੇ, ਜਿਹੜੇ ਆਪੋਜੀਸ਼ਨ ਹੈ ਉਹਨੂੰ ਤਾਂ ਉਹਨੇ ਤਾਂ ਪਾਣੀ ਪੀ ਕੋਸਣਾ ਹੈ, ਇਹਨਾਂ ਦੇ ਡਿਊਟੀ ਬਣਦੀ ਹੈ ਉਹਨੂੰ ਸੁਣੇ, ਜੇ ਉਹਨਾਂ ਦੀ ਗੱਲ ਸੱਚੀ ਹੈ ਤਾਂ ਉਹਦਾ ਦੇਖ ਕੇ ਵਿਚਾਰ ਕੇ ਉਹ ਜਿਹੜਾ ਉਹਨਾਂ ਦੀ ਗੱਲ ਕਹੀ ਹੋਈ ਆ ਉਹਨੂੰ ਦੂਰ ਕਰਨ ਗਿੱਲੇ ਨੂੰ। ਜੇ ਉਹਨਾਂ ਨੇ ਵੈਸੇ ਹੀ ਲਾਇਆ ਇਲਜ਼ਾਮ, ਫਿਰ ਉਹ ਚੁੱਪ ਰਹਿਣ, ਜਵਾਬ ਵੀ ਦੇਣ ਦੀ ਬਹੁਤੀ ਲੋੜ ਨਹੀਂ ਵੀ ਇਹਨਾਂ ਨੇ ਆਹ ਕਿਹਾ ਜੀ, ਅਸੀਂ ਆਹ ਦੇਖਦੇ ਹਾਂ ਜੀ। ਤੁਸੀਂ ਕੰਮ ਤੁਹਾਡਾ ਆਪੇ ਬੋਲੇਗਾ, ਜਦ ਤੁਹਾਡਾ ਕੰਮ ਬੋਲੇਗਾ ਤੇ ਫਿਰ ਤੁਹਾਨੂੰ ਕਹਿਣ ਦੀ ਲੋੜ ਨਹੀਂ, ਤੁਹਾਨੂੰ ਇਸ਼ਤਿਹਾਰ ਦੇਣ ਦੀ ਲੋੜ ਨਹੀਂ, ਤੁਹਾਨੂੰ ਮਿਹਨੋ-ਮਿਹਣੀ ਹੋਣ ਦੀ ਲੋੜ ਨਹੀਂ। ਜੀ ਡਾਕਟਰ ਸਾਹਿਬ, ਆਖਰੀ ਸਵਾਲ ਜਿਹੜਾ ਆ ਉਹ ਅਗਨੀਪਥ ਸਕੀਮ ਨਾਲ ਜੁੜਦਾ। ਸੇਕ ਹੁਣ ਵੀ ਪਹੁੰਚ ਗਿਆ, ਕਈ ਥਾਵਾਂ ਤੇ ਲੁਧਿਆਣੇ, ਜਲੰਧਰ ਰੇਲਵੇ ਸਟੇਸ਼ਨਾਂ ਦੇ ਉੱਤੇ ਭੰਨ ਤੋੜ ਕੀਤੀ ਗਈ ਹੈ,
ਨੌਜਵਾਨ ਸੜਕਾਂ ਦੇ ਉੱਤੇ ਨੇ। ਸਰਕਾਰ ਕਹਿੰਦੀ ਹੈ ਕਿ ਇੱਕ ਵਾਰ ਜਿਹੜਾ ਉਹ ਨੌਜਵਾਨਾਂ ਨੂੰ ਇੱਕ ਵਾਰ ਸਾਰੇ ਉਹਨਾਂ ਲੋਕਾਂ ਨੂੰ ਜਿਹੜੇ ਤੇ ਸਵਾਲ ਚੁੱਕਦੇ ਨੇ ਸਕੀਮ ਨੂੰ ਪੜ੍ਹ ਲੈਣ, ਸਮਝ ਲੈਣ, ਉਸ ਤੋਂ ਬਾਅਦ ਗੱਲ ਕਰਨ। ਉਹ ਕਹਿੰਦੇ ਵੀ ਬਿਨਾਂ ਵਜ੍ਹਾ ਤੋਂ ਇਹ ਜਿਹੜੇ ਧਰਨੇ ਪ੍ਰਦਰਸ਼ਨ ਅੱਗਾਂ ਲਾਈਆਂ ਜਾ ਰਹੀਆਂ, ਇਹ ਵਿਰੋਧੀਆਂ ਦਾ ਵੀ ਕਹਿੰਦੇ ਨੇ ਕੰਮ ਹੈ ਕਿ ਵਿਰੋਧੀ ਇਸ ਨੂੰ ਉਕਸਾ ਰਹੇ ਨੇ। ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਦੇਖੋ, ਸਰਕਾਰ ਜਿਹੜੀ ਹੈ ਨਾ ਕੇਂਦਰ ਦੀ, ਮੈਨੂੰ ਕਹਿਣਾ ਨਹੀਂ ਚਾਹੀਦਾ, ਮੈਨੂੰ ਬੜੀ ਸ਼ਰਮ ਆਉਂਦੀ ਹੈ ਜਦ ਮੈਂ ਆਪਦੇ ਕੇਂਦਰ ਦੀ ਸਰਕਾਰ ਨੂੰ, ਕਿਉਂਕਿ ਮੈਂ ਇਸ ਦੇਸ਼ ਦਾ ਨਾਗਰਿਕ ਹਾਂ। ਜੇ ਮੇਰੀ ਸਰਕਾਰ ਨੂੰ ਮੈਂ ਕਹਿਣਾ ਵੀ ਐਡੀ ਵੱਡੀ ਗਲਤੀ ਕਰਦੀ ਹੈ ਤਾਂ ਮੇਰੇ ਤੇ ਵੀ ਦੁਨੀਆ ਦੇ ਵਿੱਚ ਲਾਂਛਨ ਲੱਗੇਗਾ ਵੀ ਤੁਹਾਡੀ ਸਰਕਾਰ ਹੈ ਨਾ, ਇਹ ਹੈ ਤਾਂ ਸਾਡੀ ਸਰਕਾਰ ਨਾ। ਸੋ ਸਰਕਾਰ ਕੀ ਕਰ ਰਹੀ ਹੈ? ਸਰਕਾਰ ਅੱਜ ਸਰਮਾਏਦਾਰਾਂ ਨੂੰ, ਅੰਬਾਨੀ ਅਡਾਨੀਆਂ ਦੇ ਘਰ ਭਰਨ ਵਾਸਤੇ ਤੁਰੀ ਹੋਈ ਹੈ। ਉਹਦੇ ਵਿੱਚ ਇਹ ਫੌਜ ਨੂੰ ਵੀ ਠੇਕੇ ਤੇ ਦੇਣ ਨੂੰ ਤਿਆਰ ਹੈ। 4 ਸਾਲ ਦੀ ਭਰਤੀ ਠੇਕੇ ਦੀ ਭਰਤੀ ਹੋਈ ਹੈ ਬੇਸਿਕਲੀ, ਜਿਹੜੀ ਕਹਿੰਦੇ ਨੇ ਇਹ। ਦੂਜੀ ਗੱਲ, ਉਹ ਠੇਕੇ ਦੀ ਭਰਤੀ ਦੇ ਉੱਤੇ ਤੁਸੀਂ 75% ਬੰਦਿਆਂ ਨੂੰ ਹਟਾ ਦੇਣਾ 4 ਸਾਲਾਂ ਬਾਅਦ, ਹਜ਼ਾਰਾਂ ਦੀ ਟ੍ਰੇਨਿੰਗ ਦੇ ਕੇ। ਉਹ ਜਾਣਗੇ ਕਿੱਥੇ? ਉਹ ਗੁੰਡੇ ਬਦਮਾਸ਼ ਨਹੀਂ ਬਣਨਗੇ, ਜਾਂ ਉਹ ਕੋਈ ਪ੍ਰਾਈਵੇਟ ਆਰਮੀਆਂ ਨਹੀਂ ਬਣਾਉਣਗੇ, ਜਾਂ ਉਹ ਡਾਕੂ ਚੋਰ ਨਹੀਂ ਬਣਨਗੇ, ਜਾਂ ਉਹ ਕਤਲੇਆਮ ਨਹੀਂ ਕਰਨਗੇ ਸਮਾਜ ਦੇ ਵਿੱਚ। ਹੋਰ ਕੀ ਕਰਨਗੇ ਉਹ? ਤੁਸੀਂ ਉਹਨਾਂ ਨੂੰ ਕੱਚੇ ਕਰਕੇ, ਤੁਸੀਂ ਆਰਮੀ 'ਚ ਇੱਕ ਨੌਕਰੀ ਲੋਕਾਂ ਨੂੰ ਲੱਗਦੀ ਸੀ, ਚੱਲ ਯਾਰ ਇੱਜ਼ਤ ਮਾਣ ਹੈ ਉੱਥੇ, ਥੋੜ੍ਹੀ ਵਰਦੀ ਵਰਦੀ ਪਾ ਕੇ, ਤੁਸੀਂ ਉਹ ਵੀ ਖਤਮ ਕਰਤੀ। ਕਿ ਇਹ ਤੁਸੀਂ ਕਹਿੰਦੇ ਆਪੋਜੀਸ਼ਨ ਕਹਿੰਦੀ, ਆਪੋਜੀਸ਼ਨ ਨੂੰ ਕਹਿਣ ਦੀ ਕੀ ਲੋੜ ਹੈ? ਉਹ ਤਾਂ ਵੈਸੇ ਹੀ ਲੋਕ ਤਾਂ ਪਹਿਲਾਂ ਹੀ ਦੁਖੀ ਨੇ। ਹਰਿਆਣੇ 'ਚ ਕਿਉਂ ਹੋ ਰਹੀ ਹੈ? ਹਰਿਆਣੇ 'ਚ ਬੀਜੇਪੀ ਸਰਕਾਰ 'ਚ ਹੈ, ਕਿਉਂ ਐਜੀਟੇਸ਼ਨ ਹੋ ਰਹੀ ਹੈ? ਜਿੱਥੇ ਜਿੱਥੇ ਬੀਜੇਪੀ ਹੈ ਉੱਥੇ ਵੀ ਕਿਉਂ ਹੋ ਰਹੀ ਹੈ? ਕਿਉਂਕਿ ਲੋਕ ਬੜੇ ਦੁਖੀ ਨੇ ਵੀ ਯਾਰ ਮਾੜਾ ਮੋਟਾ ਰੁਜ਼ਗਾਰ ਦਾ ਜਿਹੜਾ ਸਾਮਾ ਸੀ ਉਹ ਵੀ ਖਤਮ ਕਰਤਾ। ਇੱਕ ਪਾਸੇ ਤੁਸੀਂ ਪਹਿਲਾਂ ਕਿਹਾ 2 ਕਰੋੜ ਰੁਜ਼ਗਾਰ ਦਿਆ ਕਰਾਂਗੇ ਹਰ ਸਾਲ, ਫਿਰ ਤੁਸੀਂ ਬਜਟ ਦੇ ਵਿੱਚ ਕਹਿਤਾ ਇਸ ਬਜਟ 'ਚ ਵੀ ਅਸੀਂ ਤਾਂ 75 ਲੱਖ ਰੁਜ਼ਗਾਰ ਦਿਆਂਗੇ 1 ਸਾਲ 'ਚ, ਤੇ ਹੁਣ ਤੁਸੀਂ ਕਹਿਤਾ ਅਸੀਂ 10 ਲੱਖ ਰੁਜ਼ਗਾਰ ਦਿਆਂਗੇ 1.5 ਸਾਲ 'ਚ, 18 ਮਹੀਨਿਆਂ 'ਚ। ਪਹਿਲੀ ਗੱਲ ਤਾਂ ਤੁਹਾਡੀ ਆਪਦੀ ਰੁਜ਼ਗਾਰ ਦੀ ਇਹ ਹੈ। ਦੂਜਾ ਇਹ ਵੀ ਇਹਨੂੰ ਪੜ੍ਹ ਲਓ। ਇਹ ਤਾਂ ਇਹ ਵੀ ਕਹਿੰਦੇ ਸੀ ਵੀ ਉਹ ਜਿਹੜੀ ਅਸੀਂ ਨੋਟਬੰਦੀ ਕਰੀ ਆ ਉਹਦਾ ਤੁਸੀਂ ਸਸਤਾ ਕੇ ਦੇਖੋ, 50 ਦਿਨਾਂ ਬਾਅਦ ਮੈਨੂੰ ਜਿਹੜੇ ਮਰਜ਼ੀ ਚੁਰਾਹੇ 'ਚ, ਪ੍ਰਧਾਨ ਮੰਤਰੀ ਜੀ ਮਾਨਯੋਗ ਸਾਡੇ ਕਹਿੰਦੇ ਸੀ ਜਿਹੜੇ ਮਰਜ਼ੀ ਚੁਰਾਹੇ 'ਚ ਖੜੇ ਕਰ ਲੈਣਾ। ਉਹ ਕੋਈ ਚੁਰਾਹਾ ਲੱਭਿਆ ਨਹੀਂ ਮੈਨੂੰ ਜਿੱਥੇ ਉਹ ਖੜੇ ਹੋਏ ਹੋਣ ਜਾ ਕੇ ਵੀ ਆ ਜਾਓ ਭਾਈ ਦੱਸੋ ਮੈਨੂੰ ਪੁੱਛੋ। ਜਾਂ ਫਿਰ ਇਹ ਦੱਸ ਦੇਣ ਵੀ ਉਹਦੇ ਨਾਲ ਅੱਤਵਾਦ ਖਤਮ ਹੋ ਗਿਆ। 3 ਨਿਸ਼ਾਨੇ ਸੀ, ਅੱਤਵਾਦ ਖਤਮ ਕਰਨਾ, ਬਣਾਉਟੀ ਝੂਠੇ ਨੋਟ ਜਿਹੜੇ ਨਕਲੀ ਨੋਟ ਖਤਮ ਕਰਨੇ, ਤੇ ਕਾਲਾ ਧਨ ਖਤਮ ਕਰਨਾ। ਇਹ ਤਿੰਨਾਂ 'ਚੋਂ ਜੇ ਕੋਈ ਖਤਮ ਹੋਇਆ ਤਾਂ ਦੱਸ ਦੇਣ। ਜਿੰਨੇ ਪੈਸੇ ਕਹਿੰਦੇ ਸੀ ਉਹਨੇ ਤਾਂ ਵਾਪਸ ਆ ਗਏ, ਇਹਦਾ ਮਤਲਬ ਕਾਲਾ ਧਨ ਤਾਂ ਹੈ ਹੀ ਨਹੀਂ ਸੀ। ਜਾਂ ਫਿਰ ਕਾਲੇ ਨੂੰ ਚਿੱਟਾ ਕਰਤਾ ਨੋਟਬੰਦੀ ਦੇ ਨਾਂ ਤੇ। ਇਹਦੇ ਨਕਲੀ ਨੋਟ ਨਹੀਂ ਸੀਗੇ, ਇਹਦਾ ਮਤਲਬ ਨਕਲੀ ਨੋਟਾਂ ਨੂੰ ਵੀ ਅਸਲੀ ਬਣਾਤਾ। ਸੋ ਦੱਸਿਆ ਨਹੀਂ, ਗਿਣਤੀ ਬੰਦ ਕਰਤੀ ਦੱਸਣੀ। 1.5 ਸਾਲ ਗਿਣਤੀ ਨਹੀਂ ਦੱਸੀ। ਤੁਹਾਨੂੰ ਗਿਣਤੀ ਦਾ ਨਾ ਪਤਾ ਹੋਵੇ, ਜਿੱਥੇ ਰੋਜ਼ ਪਾਈ ਪਾਈ ਦਾ ਹਿਸਾਬ ਹੁੰਦਾ ਬੈਂਕਾਂ 'ਚ, ਇਹਦਾ ਮਤਲਬ ਇਹ ਹੈ ਵੀ ਕਿਤੇ ਨਾ ਕਿਤੇ ਵੱਡੀ ਹੇਰਾਫੇਰੀ ਸੀ, ਲੋਕਾਂ ਤੋਂ ਲੁਕੋਇਆ ਗਿਆ ਸੀ। ਫਿਰ ਕਹਿੰਦੇ ਕੈਸ਼ ਖਤਮ ਹੋ, ਕੈਸ਼ ਉਦੋਂ ਜ਼ਿਆਦਾ ਕੈਸ਼ ਹੋ ਗਿਆ। ਜੇ ਕਹਿੰਦੇ ਝੂਠੇ ਨੋਟ, ਹੁਣ 2000 ਦਾ ਵੀ ਝੂਠਾ ਆ ਰਿਹਾ। ਸੋ ਇਹ ਆਪਾਂ ਛੱਡੀਏ। ਇੱਦਾਂ ਹੀ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਤੁਸੀਂ ਇੱਕ ਵਾਰੀ GST ਦੇਖੋ, ਇੱਕ ਟੈਕਸ ਹੋ ਜਾਊਗਾ ਸਭ ਕੁਝ। ਫਿਰ ਪੈਟਰੋਲ ਤੇ ਟੈਕਸ ਕਿਉਂ ਨਾ ਕਰਿਆ, ਡੀਜ਼ਲ ਤੇ? ਕਿਉਂਕਿ ਉੱਥੋਂ ਪੈਸਾ ਹੀ ਬਹੁਤ, 5 ਲੱਖ ਕਰੋੜ ਰੁਪਇਆ ਹਰ ਸਾਲ ਆ ਰਿਹਾ ਸੀ। ਫਿਰ ਧੰਨਾ ਸੇਠਾਂ ਨੂੰ ਕਿੱਡਾ ਪੈਸਾ ਦਿੱਤਾ ਹੈ ਕਿਸੇ ਨੂੰ ਨਹੀਂ ਪਤਾ, ਕਿਸੇ ਨੇ ਚਿਤਾਰਿਆ ਨਹੀਂ। $20 ਪ੍ਰਤੀ ਲੀਟਰ ਹੋ ਗਿਆ ਸੀ ਪ੍ਰਤੀ ਬੈਰਲ ਕੱਚਾ ਤੇਲ ਅਪ੍ਰੈਲ 2020 'ਚ। $20 ਸਿਰਫ, ਤੇ ਤੇਲ ਵਿਕਦਾ ਰਿਹਾ ਇੱਥੇ 65-70 ਨੂੰ। ਉਹ ਕਿਵੇਂ? ਉਹ ਕੰਪਨੀਆਂ ਨੂੰ ਪੈਸਾ ਦਿੱਤਾ, ਬਹੁਤ ਜ਼ਿਆਦਾ ਪੈਸਾ ਮੁਨਾਫਾ ਦਿੱਤਾ ਕੰਪਨੀਆਂ ਨੂੰ। ਉਹ ਪੁੱਛੋ ਕਿਵੇਂ ਗਿਆ। ਸੋ ਇਸ ਕਰਕੇ ਇਹ ਜਿਹੜਾ GST ਇਸੇ ਕਰਕੇ ਨਹੀਂ ਲਾਇਆ ਵੀ GST ਲਾ ਦਾਂਗੇ, ਫਿਰ ਉਹ ਕੈਲਕੂਲੇਟ ਕਰਕੇ ਰੌਲਾ ਪਾਉਣਗੇ ਵੀ ਇਹ ਕਿੱਧਰ ਗਿਆ। ਇਸੇ ਤਰ੍ਹਾਂ ਹੀ ਪ੍ਰਧਾਨ ਮੰਤਰੀ ਜੀ ਕਹਿੰਦੇ ਵੀ ਕਾਨੂੰਨ ਇਹਨਾਂ ਨੇ ਪੜ੍ਹੇ ਨਹੀਂ, ਫਿਰ ਕਾਨੂੰਨ ਇੱਕ ਦਿਨ ਵਾਪਸੀ ਲੈ ਲਏ 1 ਲੱਖ ਦੀ। ਜੇ ਉਹਨਾਂ ਨੇ ਪੜ੍ਹੇ ਨਹੀਂ ਸੀ, ਉਹ ਗਲਤ ਸੀ, ਫਿਰ ਕਾਨੂੰਨਾਂ ਨੂੰ ਨਾ ਲੈਂਦੇ ਵਾਪਸ। ਫਿਰ ਵਾਪਸ ਲਏ ਨੇ। ਨਾਲ ਬਿਆਨ ਸਦਨ 'ਚ ਇਹ ਦਿੱਤੇ ਗਏ ਵੀ ਕਿਸਾਨਾਂ ਨੇ ਤਾਂ ਸਾਨੂੰ ਕੋਈ ਨੁਕਸ ਹੀ ਨਹੀਂ ਦੱਸਿਆ। ਇੱਕ ਪਾਸੇ ਤੁਸੀਂ ਇਸ਼ਤਿਹਾਰ ਦੇ ਰਹੇ ਹੋ ਅਖਬਾਰ ਦੇ ਵਿੱਚ ਵੀ ਕਿਸਾਨ ਆਹ ਕਹਿੰਦੇ ਨੇ ਇਹਨਾਂ 'ਚ ਨੁਕਸ ਹੈ, ਅਸੀਂ ਆਹ ਕਹਿੰਦੇ ਹਾਂ। ਦੂਜੇ ਪਾਸੇ ਕਹਿੰਦੇ ਕਿਸਾਨ ਨੂੰ ਤਾਂ ਕੋਈ ਸਾਨੂੰ ਨੁਕਸ ਹੀ ਨਹੀਂ ਦੱਸਿਆ। ਸੋ ਆਪਾਂ ਇਹ ਜਿਹੜੀ ਸਾਡੀ ਕੇਂਦਰ ਦੀ ਸਰਕਾਰ ਹੈ ਨਾ, ਇਹਦਾ ਤੁਸੀਂ ਪੜ੍ਹ ਲਓ ਜੀ, ਤੁਸੀਂ ਦੇਖ ਲਓ ਜੀ, ਥੋੜ੍ਹਾ ਜਿਹਾ ਇਹ ਤਜਰਬਾ ਕਰਕੇ ਦੇਖ ਲਓ ਜੀ। ਤੁਸੀਂ ਰੋਜ਼ ਤਜਰਬੇ ਕਰੀ ਜਾਓਗੇ, ਤਜਰਬੇ ਤਾਂ ਤੁਸੀਂ ਕਰ ਲਏ। ਤੁਸੀਂ GST ਰਾਹੀਂ ਕਰ ਲਿਆ, ਤੁਸੀਂ ਨੋਟਬੰਦੀ ਰਾਹੀਂ ਕਰ ਲਿਆ, ਤੁਸੀਂ ਕਰੋਨਾ ਦੇ ਵਿੱਚ 1 ਲੱਖ ਬੰਦ ਕਰਕੇ ਸਾਰਾ ਕੁਝ ਤੁਸੀਂ ਤਜਰਬਾ ਕਰ ਲਿਆ। ਹੁਣ ਤੁਸੀਂ ਰੋਜ਼ ਇਹੀ ਤਜਰਬੇ, ਖੇਤੀ ਵੇਲਾਂ ਦਾ ਤਜਰਬਾ ਦੇਖ ਲਿਆ। ਤੁਸੀਂ ਕਿਹੜੇ ਕਿਹੜੇ ਤਜਰਬੇ ਰੋਜ਼ ਕਰੀ ਜਾਓਗੇ? ਸੋ ਇਹ ਸਰਕਾਰ ਇਹ ਤਾਂ ਜਵਾਬ ਦੇਵੇ। 20 ਲੱਖ ਨੌਜਵਾਨ ਤਾਂ ਇਕੱਲੇ ਪੰਜਾਬ 'ਚ ਵਿਹਲਾ ਫਿਰਦਾ ਹੈ, ਤੇ ਇਹ ਕਹਿੰਦੇ ਅਸੀਂ 10 ਲੱਖ ਟੋਟਲ ਪੂਰੇ ਮੁਲਕ ਦੇ ਵਿੱਚ ਨੌਕਰੀ ਦਿਆਂਗੇ 4 ਸਾਲਾਂ 'ਚ। ਇਹ ਪ੍ਰਧਾਨ 1 ਸਾਲ 'ਚ 18 ਮਹੀਨਿਆਂ 'ਚ ਪ੍ਰਧਾਨ ਮੰਤਰੀ ਜੀ ਇਸ ਗੱਲ ਦਾ ਜਵਾਬ ਦੇਣ ਕਿ ਬੇਰੁਜ਼ਗਾਰੀ ਦਾ ਹੱਲ ਕੀ ਹੈ, ਕਿਉਂ ਨਹੀਂ? ਬੇਰੁਜ਼ਗਾਰੀ ਦਾ ਹੱਲ ਹੋਣਾ ਨਹੀਂ ਇਹਨਾਂ ਤੋਂ, ਕਿਉਂਕਿ ਸਰਮਾਏਦਾਰਾਂ ਦਾ ਪੇਟ ਪਾਲ ਰਹੇ ਨੇ।
ਇਹ ਕਾਰਪੋਰੇਟ ਨੂੰ ਵਿਕਸਿਤ ਕਰ ਰਹੇ ਨੇ, ਲੋਕਾਂ ਦੇ ਸਾਸੇ ਖੋਹ ਰਹੇ ਨੇ। ਇਹਨਾਂ ਦੇ ਇਰਾਦੇ ਮਾੜੇ ਨੇ ਇਸ ਮਾਮਲੇ 'ਚ, ਕਿਉਂਕਿ ਇਹਨਾਂ ਨੇ ਪੈਸਾ ਉੱਧਰ ਦੇਣਾ ਹੈ। ਇਹ ਸਾਈਆਂ ਕਿਤੇ ਹੋਰ ਲਾਉਂਦੇ ਨੇ ਤੇ ਵਧਾਈਆਂ ਕਿਸੇ ਹੋਰ ਨੂੰ ਦਿੰਦੇ ਨੇ। ਸੋ ਜਿਨ੍ਹਾਂ ਨੂੰ ਇਹ ਵਧਾਈਆਂ ਦਿੰਦੇ ਨੇ ਤੇ ਸਾਈਆਂ ਇਹ ਲੋਕਾਂ ਨਾਲ ਝੂਠੀਆਂ ਲਾਉਂਦੇ ਨੇ ਤੇ ਵਧਾਈਆਂ ਦਿੰਦੇ ਨੇ ਇਹ ਕਾਰਪੋਰੇਟਾਂ ਨੂੰ, ਸਰਮਾਏਦਾਰਾਂ ਨੂੰ, ਸਾਰੀ ਜਾਇਦਾਦ ਉਹਨਾਂ ਕੋਲ ਦੇ ਰਹੇ ਨੇ। ਔਰ ਇਸ ਜਿਹੜਾ ਵਿਕਾਸ ਦਾ ਮਾਡਲ ਚੱਲ ਰਿਹਾ ਹੈ, ਜਿਹਦੇ ਵਿੱਚ ਸਾਰਾ ਪਰਿਆਵਰਨ ਦਾ ਤਬਾਹੀ ਹੋ ਰਹੀ ਹੈ, ਜਿਹ 'ਚ ਆਪਾਂ ਪਹਿਲਾਂ ਜੰਗਲਾਤ ਦੀ ਜ਼ਮੀਨ ਦੀ ਗੱਲ ਕਰੀ ਹੈ, ਜਿਹਦੇ ਵਿੱਚ ਆਪਾਂ ਇਹ ਕਰੇ ਵੀ ਝੂਠੀਆਂ ਡਿਗਰੀਆਂ ਵਾਲੇ ਆਏ ਨੇ, ਜਿਹਦੇ ਵਿੱਚ ਆਪਾਂ ਕਿਹਾ ਪੰਚਾਇਤਾਂ ਦੀਆਂ ਜ਼ਮੀਨਾਂ, ਜਿਹਦੇ ਵਿੱਚ ਆਪਾਂ ਕਿਹਾ ਵੀ ਵੱਡੇ ਵੱਡੇ ਉਹ ਬਣਾਏ ਹੋਏ ਨੇ ਵੀ ਕਦੇ ਹਾਂ ਕਰਤੀ, ਕਦੇ ਮਰ ਜਾ ਚਿੜੀਏ, ਕਦੇ ਜਿਉਂ ਜਾ ਚਿੜੀਏ ਕਹਿਤਾ। ਇਹ ਸਾਰਾ ਕੁਛ ਇਸ ਕਰਕੇ ਹੋ ਰਿਹਾ ਹੈ ਕਿ ਵਿਕਾਸ ਦਾ ਮਾਡਲ ਸਾਰੀ ਦੌਲਤ ਕੁਦਰਤੀ ਵੀ ਨਿੱਜੀ ਵੀ ਉਹਨੂੰ ਕੁਝ ਹੱਥਾਂ 'ਚ ਇਕੱਠੀ ਕਰਨਾ ਚਾਹੁੰਦਾ ਹੈ। ਇਹਨੂੰ ਬਦਲਣਾ ਪਏਗਾ। ਉਹਦੇ ਵਾਸਤੇ ਸਾਡੀਆਂ ਸਿਆਸੀ ਪਾਰਟੀਆਂ ਅੱਜ ਕੋਈ ਕੰਮ ਨਹੀਂ ਕਰ ਰਹੀਆਂ। ਸਾਰੀਆਂ ਸਿਆਸੀ ਪਾਰਟੀਆਂ ਆਪਦੇ ਵੋਟਾਂ ਦੇ ਉੱਤੇ ਲੱਗੀਆਂ ਹੋਈਆਂ ਨੇ। ਮਾਡਲ ਵਿਕਾਸ ਦਾ ਬਦਲਣ 'ਤੇ ਕੋਈ ਨਹੀਂ ਲੱਗੇ ਹੋਏ। ਪਰ ਕਿਸਾਨਾਂ ਨੇ ਉਹ ਇੱਕ ਉਮੀਦ ਜਗਾਈ ਸੀ, ਜਿੱਥੇ ਉਹਨਾਂ ਨੇ ਅੰਬਾਨੀ ਅਡਾਨੀ ਨੂੰ ਕੇਂਦਰਿਤ ਕੀਤਾ ਸੀ ਵੀ ਇਹ ਸਰਮਾਏਦਾਰੀ ਮਾਡਲ ਠੀਕ ਨਹੀਂ ਹੈ। ਤੇ ਉਹਦੇ ਵਿੱਚ ਲੋਕ ਆਏ ਸੀ, ਬੁੱਧੀਜੀਵੀ ਵੀ ਆਏ ਸੀ, ਗੀਤਕਾਰ ਵੀ ਆਏ ਸੀ, ਮੀਡੀਆ ਵੀ ਆਇਆ ਸੀ। ਤੇ ਮੈਨੂੰ ਇਹ ਲੱਗਦਾ ਹੈ ਵੀ ਉਸੇ ਤਰ੍ਹਾਂ ਦੀ ਮੂਵਮੈਂਟ ਹੌਲੀ ਹੌਲੀ ਹੋਏਗੀ। ਔਰ ਜਿਹੜੀ ਇਹ ਕਹਿੰਦੇ ਨੇ, ਮੈਂ ਨਹੀਂ ਕਹਿੰਦਾ ਅੱਗਾਂ ਲੱਗਣੀਆਂ ਚਾਹੀਦੀਆਂ ਨੇ, ਮੈਂ ਨਹੀਂ ਕਹਿੰਦਾ ਮੂਵਮੈਂਟ ਵਾਇਲੈਂਸ ਹੋਣੀ ਚਾਹੀਦੀ ਹੈ, ਕਿਉਂਕਿ ਫਿਰ ਸਰਕਾਰ ਨੂੰ ਮੋੜਵੀਂ ਹਿੰਸਾ ਕਰਨ ਦਾ ਅਧਿਕਾਰ ਮਿਲ ਜਾਂਦਾ ਹੈ। ਤੇ ਸਰਕਾਰ ਹਿੰਸਾ ਕਰਦੀ ਹੈ। ਜੇ ਅਸੀਂ ਆਪਦੀ ਟ੍ਰੇਨ ਸਾੜੀ ਹੈ ਤਾਂ ਉਹ ਟ੍ਰੇਨ ਤਾਂ ਸਾਡੀ ਵੀ ਸੀ ਨਾ, ਉਹ ਕੋਈ ਮੋਦੀ ਸਾਹਿਬ ਦੀ ਟ੍ਰੇਨ ਥੋੜ੍ਹਾ ਹੈ ਜਾਂ ਅਮਿਤ ਸ਼ਾਹ ਜੀ ਦੀ ਟ੍ਰੇਨ ਥੋੜ੍ਹਾ ਹੈ। ਉਹ ਟ੍ਰੇਨ ਦੇਸ਼ ਦੀ ਟ੍ਰੇਨ ਹੈ। ਜੇ ਉਹਨੂੰ ਸਾੜਾਂਗੇ ਤਾਂ ਸਾਡਾ ਆਪਣਾ ਹੀ ਘਰ ਫੂਕ ਰਿਹਾ ਸੀ। ਸੋ ਮੈਨੂੰ ਇਹ ਲੱਗਦਾ ਪ੍ਰੋਟੈਸਟ ਕਰੋ ਦੱਬ ਕੇ, ਤੇ ਪਰ ਇਹ ਸਾੜ ਫੂਕ ਨਹੀਂ ਕਰਨੀ ਚਾਹੀਦੀ। ਹੋ ਸਕਦਾ ਇਹ ਜਿਹੜੇ ਯੂਥ ਹੈ, ਜਿਹੜੇ ਗੁੱਸੇ 'ਚ ਨੇ ਅੱਜ, ਇਸੇ ਯੂਥ 'ਚੋਂ ਨਵੀਂ ਲੀਡਰਸ਼ਿਪ ਨਿਕਲੂਗੀ। ਜੇ ਕਿਤੇ ਸਿੱਧੇ ਰਸਤੇ ਚੱਲਦੇ ਗਏ, ਹੁਣ ਤੱਕ ਨਵੀਂ ਲੀਡਰਸ਼ਿਪ ਜਿਹੜੀ SOI ਪੁੱਸੂ ਵਗੈਰਾ ਨਹੀਂ ਪੈਦਾ ਕਰਦੇ ਸੀ, ਉਹਨੇ ਤਾਂ ਗੈਂਗਸਟਰ ਪੈਦਾ ਕਰੇ ਨੇ। ਉਹਨੇ ਤਾਂ ਮਤਲਬ ਉਸ ਤਰ੍ਹਾਂ ਦੇ ਗੀਤ ਹੋਰ ਜੋ ਵੀ ਕਰਨ ਵਾਲੇ ਪੈਦਾ ਕਰੇ ਨੇ। ਪਰ ਮੈਨੂੰ ਐਂ ਲੱਗਦਾ ਹੈ ਵੀ ਆਹ ਭਾਵੇਂ ਵਾਇਲੈਂਸ ਹੈ, ਹੋਣੀ ਨਹੀਂ ਚਾਹੀਦੀ, ਪਰ ਇਹ ਜਿਹੜੀ ਐਜੀਟੇਸ਼ਨ ਹੈ, ਇਹਦੇ ਵਿੱਚੋਂ ਕੁਛ ਨਾ ਕੁਛ ਪੋਜ਼ੀਟਿਵ ਆਏਗਾ। ਕਿਉਂਕਿ ਬੁਲਡੋਜ਼ਰ ਦੇ ਖਿਲਾਫ ਵੀ ਬੋਲ ਰਹੇ ਨੇ ਲੋਕ, ਔਰ ਹਿੰਦੂ ਵੀ ਬੋਲ ਰਹੇ ਨੇ ਮੁਸਲਮਾਨਾਂ ਦੇ ਹੱਕ 'ਚ, ਕਾਨੂੰਨ ਵਿਦ ਵੀ ਬੋਲ ਰਹੇ ਨੇ, ਨਿਆਂਧੀਸ਼ ਵੀ ਬੋਲ ਰਹੇ ਨੇ। ਸੋ ਮੈਨੂੰ ਇਹ ਲੱਗਦਾ ਹੈ ਵੀ ਮੁਲਕ ਦੇ ਵਿੱਚ ਜਿੱਥੇ ਇੱਕ ਪਾਸੇ ਧੱਕਾ ਹੋ ਰਿਹਾ ਹੈ, ਸਰਮਾਏਦਾਰੀ ਨੂੰ ਅੰਨਾ ਧੁੰਦ ਦੇ ਕੇ ਉਹਦੇ ਕੋਲ ਸਾਰਾ ਕੁਝ ਸੁੱਟਿਆ ਜਾ ਰਿਹਾ ਉਹਦੇ ਹੱਥਾਂ 'ਚ, ਬਾਹਰਲਿਆਂ ਤੇ ਦੇਸ਼ ਦੇ ਸਰਮਾਏਦਾਰਾਂ ਕੋਲੇ, ਉੱਥੇ ਦੂਜੇ ਪਾਸੇ ਜਿਹੜੇ ਲੋਕ ਨੇ ਉਹ ਉਸ ਮਸਲੇ ਦੇ ਹੱਲ ਵਾਸਤੇ, ਭਾਵੇਂ ਕੋਈ ਠੀਕ ਉਹਨਾਂ ਦਾ ਅਜੇ ਪੈਂਤਰਾ ਨਹੀਂ ਹੈ ਉੱਡਾ ਵੱਡਾ, ਪਰ ਉਸ ਹੱਲ ਵੱਲ ਨੂੰ ਵਧਣ ਵਾਸਤੇ ਆਪਦਾ ਗੁੱਸਾ ਜ਼ਰੂਰ ਦਿਖਾ ਰਹੇ ਨੇ। ਔਰ ਇਹ ਗੁੱਸਾ ਕਦੇ ਨਾ ਕਦੇ ਲਹਿਰ ਦੇ ਰੂਪ 'ਚ ਵੀ ਬਦਲ ਸਕਦਾ ਹੈ। ਮੈਂ ਨਹੀਂ ਪੱਕਾ ਕਹਿ ਸਕਦਾ ਵੀ ਜਿਵੇਂ ਪਾਣੀ ਆਉਂਦਾ ਕਦੇ ਹੜ੍ਹ ਵੀ ਲਿਆ ਦਿੰਦਾ, ਕਦੇ ਉਸ ਬਿਜਲੀ ਪੈਦਾ ਕਰਦਾ ਤੇ ਨਹਿਰਾਂ ਵੀ ਵਗਾ ਦਿੰਦਾ। ਹੁਣ ਇਹ ਗੁੱਸਾ ਜਿਹੜਾ ਹੜ੍ਹ ਵਾਲਾ ਬਣੇਗਾ ਜਾਂ ਇਹ ਬਿਜਲੀ ਪੈਦਾ ਕਰਨ ਵਾਲਾ ਖੁਸ਼ਹਾਲੀ ਵਾਲਾ ਬਣੇਗਾ, ਇਹ ਤਾਂ ਸਮਾਂ ਦੱਸੇਗਾ। ਪਰ ਗੁੱਸਾ ਹੋਣਾ ਆਪਣੇ ਆਪ 'ਚ ਇੱਕ ਚੰਗੀ ਗੱਲ ਹੁੰਦੀ ਹੈ। ਜਦ ਕੋਈ ਬੰਦਾ ਕਿਤੇ ਮਰ ਜਾਂਦਾ ਹੈ, ਉਦੋਂ ਉਹਦੇ 'ਚ ਪ੍ਰਤੀਕਿਰਿਆ ਨਹੀਂ ਹੁੰਦੀ। ਅਸੀਂ ਡਾਕਟਰੀ 'ਚ ਕਹਿੰਦੇ ਪ੍ਰਤੀਕਿਰਿਆ ਜੀਵਤ ਚੀਜ਼ਾਂ 'ਚ ਹੀ ਹੁੰਦੀ ਹੈ, ਨਿਰਜੀਵ 'ਚ ਪ੍ਰਤੀਕਿਰਿਆ ਨਹੀਂ ਹੁੰਦੀ। ਉੱਥੇ ਤਾਂ ਸੁੰਡੇ ਹੀ ਖਾਂਦੇ ਨੇ ਉਹਨਾਂ ਨੂੰ। ਸੋ ਇਸ ਕਰਕੇ ਇਹ ਜੀਵਤ ਸਮਾਜ ਦੀ ਨਿਸ਼ਾਨੀ ਹੈ ਕਿ ਨੌਜਵਾਨ ਸਾਡਾ ਗੁੱਸੇ 'ਚ ਹੈ। ਔਰ ਗੁੱਸੇ 'ਚ ਨੌਜਵਾਨ ਉਹ ਹੈ ਜਿਹੜਾ BJP ਦਾ ਸਮਰਥਕ ਵੀ ਹੈ, ਕਿਉਂਕਿ ਉਹਨੂੰ ਹਕੀਕਤ ਜ਼ਿਆਦਾ ਸਮਝ ਹੈ, ਉਹ ਹਕੀਕਤ ਦੇ ਨਾਲ ਚੱਲ ਰਿਹਾ ਹੁਣ। ਇਸ ਕਰਕੇ ਮੈਨੂੰ ਲੱਗਦਾ ਹੈ ਵੀ ਇਹ ਕੋਈ ਇੰਨੀ ਮਾੜੀ ਗੱਲ ਨਹੀਂ। ਮਾੜੀ ਗੱਲ ਇਹਦੇ 'ਚ ਇਹ ਹੈ ਜਿਹੜੀ ਵਾਇਲੈਂਸ ਹੋ ਰਹੀ ਹੈ, ਉਹਨੂੰ ਰੋਕਿਆ ਜਾਵੇ। ਜੀ ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ। ਸ਼ੁਕਰੀਆ ਜੀ।